ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਰੂ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ, ਸਿਮਰ ਅੰਗਦ ਦੁਖ ਨਿਕੰਦਨ। ਅਮਰਦਾਸ ਗੁਰ ਹਿਰਦੈ ਧਿਆਵੋ, ਹਿਰਦੈ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ੍ਰੀ ਅਰਜਨ ਬਿਘਨਨ ਕੇ ਨਾਸ਼ਕ, ਬਿਘਨਨ ਕੇ ਨਾਸ਼ਕ। ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਧਰਮ ਧਰਾ ਪਰ ਪੁਨ ਪੁਨ ਸੀਸਾ, ਪੁਨ ਪੁਨ ਸੀਸਾ। ਬੰਦਮ ਬਾਰ ਬਾਰ ਜਗਦੀਸਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਓਦਦ, ਬੰਦਮ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਨਨ ਪਰਤਾਰ। ਏਕ ਓੰਕਾਰਾ ਸਤਿਗੁਰੂ, ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਵੇਦ ਸ਼ਾਸਤਰ ਨਿਤ ਪ੍ਰਤ ਪੜਤ, ਸੁਨਤ ਸਦਾ ਬਿਵਹਾਰ। ਹਮ ਔਰ ਸ਼ਾਂਤ ਨ ਆਵਈ, ਮਿਟਤ ਨਹੀਂ ਅਹੰਕਾਰ। ਵੇਦ ਸ਼ਾਸਤਰ ਨਿਤ ਪ੍ਰਤ ਪੜਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਗੁਰੂ ਗਰੀਬ ਨਵਾਜ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਧੰਨ ਧੰਨ ਦਸਾਂ ਪਾਤਸ਼ਾਹੀਆਂ ਕੀ ਜੋਤ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨ ਕਿਰਪਾ ਦੇ ਸਦਕਾ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਜੀ ਵਿਖੇ ਸ਼ਾਮ ਵੇਲੇ ਦੇ ਸੰਧਿਆ ਦੇ ਦੀਵਾਨਾਂ ਵਿਖੇ ਆਪਾਂ ਸਾਰੇ ਹੀ ਸਾਧ ਸੰਗਤ ਦਾ ਆਨੰਦ ਪ੍ਰਾਪਤ ਕਰ ਰਹੇ ਹਾਂ। ਰੋਜ਼ਾਨਾ ਦੀ ਤਰ੍ਹਾਂ ਗੁਰ ਇਤਿਹਾਸ ਦੀ ਕਥਾ ਵਾਰਤਾ ਇਸ ਅਸਥਾਨ 'ਤੇ ਹੁੰਦੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸੁੰਦਰ ਇਤਿਹਾਸ ਅਸੀਂ ਪਿਛਲੇ ਦੀਵਾਨਾਂ ਵਿੱਚ ਜਿਸ ਪ੍ਰਕਾਰ ਸੁਣਿਆ ਹੈ, ਆਓ ਗੁਰੂ ਖਾਲਸਾ ਜੀ ਉਹ ਪ੍ਰਸੰਗਾਂ ਦੀ ਅੱਗੇ ਵਿਆਖਿਆ ਨੂੰ ਬੜੇ ਪ੍ਰੇਮ ਨਾਲ ਸ਼ਰਵਣ ਕਰਨ ਦਾ ਯਤਨ ਕਰੀਏ। ਪਿਛਲੇ ਦੀਵਾਨਾਂ ਵਿੱਚ ਅਸੀਂ ਸ਼ਰਵਣ ਕੀਤਾ ਹੈ ਕਿ ਗੁਰੂ ਨਾਨਕ ਦੇਵ ਜੀ ਬਨਾਰਸ ਵਿਖੇ, ਕਾਂਸ਼ੀ ਵਿਖੇ ਪੰਡਿਤ ਪੁਰੋਹਿਤਾਂ ਨਾਲ ਚਰਚਾ ਕਰ ਰਹੇ ਨੇ। ਪੰਡਿਤਾਂ ਨੇ
ਸਤਿਗੁਰਾਂ ਨੂੰ ਆਪ ਦਾ ਸੰਸਾ ਦੱਸਿਆ ਹੈ। ਪਹਿਲਾਂ ਤੇ ਸਤਿਗੁਰੂ ਜੀ ਨੇ ਪੁੱਛਿਆ ਕਿ ਦੱਸੋ ਭਾਈ, ਤੁਸੀਂ ਪੜ੍ਹੇ ਲਿਖੇ ਹੋ, ਪੜ੍ਹ ਲਿਖ ਕੇ ਕੁਝ ਪ੍ਰਾਪਤ ਹੋਇਆ? ਤਾਂ ਕਹਿਣ ਲੱਗੇ, ਮਹਾਰਾਜ ਪੜ੍ਹੇ ਲਿਖੇ ਤਾਂ ਅਸੀਂ ਹਾਂ, ਪਰ ਪੜ੍ਹ ਲਿਖ ਕੇ ਸਾਡੇ ਅੰਦਰ ਕੁਝ ਗਿਆਨ ਨਹੀਂ ਪ੍ਰਾਪਤ ਹੋਇਆ। ਇਲਮ ਤੋਂ ਸੀਖ ਲਿਆ ਮਗਰ ਤਾਮੀਲ ਨਾ ਸਿੱਖੀ। ਵਿਦਿਆ ਤਾਂ ਪੜ੍ਹ ਲਈ, ਪਰ ਵਿਦਿਆ ਉੱਪਰ ਅਮਲ ਨਹੀਂ ਸਾਡੇ ਪਾਸੋਂ ਹੋਇਆ। ਬਹੁਤ ਘੱਟ ਲੋਕ ਹੁੰਦੇ ਹੈ ਜੋ ਆਪਣੇ ਵਾਸਤੇ ਪੜ੍ਹਦੇ ਨੇ, ਬਾਕੀ ਸਾਰੇ ਦੁਨੀਆ ਵਾਸਤੇ ਪੜ੍ਹਦੇ ਨੇ। ਦੁਨੀਆ ਨੂੰ ਸੁਣਾਉਣ ਵਾਸਤੇ ਕੋਈ ਪੜ੍ਹਦਾ ਹੈ, ਕੋਈ ਦੁਨੀਆ ਉੱਪਰ ਹੱਕ ਜਤਾਉਣਾ ਚਾਹੁੰਦਾ ਹੈ, ਕੋਈ ਦੁਨੀਆ ਨੂੰ ਆਪਣੇ ਜੁੰਗਲ ਵਿੱਚ ਫਸਾਉਣਾ ਚਾਹੁੰਦਾ ਹੈ, ਕੋਈ ਹੈ ਜੋ ਆਪਣੇ ਵਾਸਤੇ ਪੜ੍ਹਦਾ ਹੈ। ਇਹ ਜਿਵੇਂ ਸਤਿਗੁਰਾਂ ਨੂੰ ਆਪ ਦਾ ਸੰਸਾ ਦੱਸਦੇ ਨੇ, ਗੁਰਦੇਵ ਜੀ ਉਹਨਾਂ ਦਾ ਸੰਸਾ ਕਿਵੇਂ ਨਿਵਰਤ ਕਰਦੇ ਨੇ, ਆਓ ਬੜੇ ਪ੍ਰੇਮ ਨਾਲ ਉਹ ਵਿਆਖਿਆ ਨੂੰ ਸ਼ਰਵਣ ਕਰੀਏ। ਇੱਕ ਦਫਾ ਗੁਰਦੇਵ ਜੀ ਦੇ ਚਰਨਾਂ ਦਾ ਧਿਆਨ ਲਗਾ ਕੇ ਉਚਾਰਨ ਕਰਨਾ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਵੇਦ ਸ਼ਾਸਤਰ ਨਿਤ ਪ੍ਰਤ ਪੜਤ, ਸੁਨਤ ਸਦਾ ਵਿਵਹਾਰ। ਪੰਡਤਾਂ ਨੇ ਆਖਿਆ ਕਿ ਸਤਿਗੁਰੂ, ਅਸੀਂ ਵੇਦਾਂ ਦਾ, ਸ਼ਾਸਤਰਾਂ ਦਾ ਪੂਰਨ ਅਧਿਐਨ ਕੀਤਾ ਹੈ। ਨਿਤਾ ਪ੍ਰਤੀ ਅਸੀਂ ਉਹਨਾਂ ਸ਼ਾਸਤਰਾਂ ਦਾ ਅਤੇ ਵੇਦਾਂ ਦਾ ਪਾਠ ਵੀ ਕਰਦੇ ਹਾਂ। ਉਹ ਸਾਡਾ ਵਿਵਹਾਰ ਹੈ। ਉਹ ਨਿਤਾ ਪ੍ਰਤੀ ਅਸੀਂ ਉਹ ਸ਼ਾਸਤਰਾਂ ਨੂੰ ਪੜ੍ਹਦੇ ਹਾਂ, ਅਰਥਾਂ ਦਾ ਬੋਧ ਪ੍ਰਾਪਤ ਕਰਦੇ ਹਾਂ। ਤਰ੍ਹਾਂ ਤਰ੍ਹਾਂ ਦੇ ਅਰਥ ਸ਼ਾਸਤਰ ਵੀ ਅਸੀਂ ਪੜ੍ਹੇ ਹੋਏ। ਫਿਰ ਵੀ ਹਮ ਔਰ ਸ਼ਾਂਤ ਨ ਆਵਈ, ਮਿਟਤ ਨਹੀਂ ਹੰਕਾਰ। ਪਰ ਫਿਰ ਵੀ ਗੁਰੂ ਨਾਨਕ ਦੇਵ ਜੀ, ਸਾਡੇ ਹਿਰਦੇ ਅੰਦਰ ਸ਼ਾਂਤੀ ਨਹੀਂ ਆਉਂਦੀ ਹੈ। ਸਾਡੇ ਹਿਰਦੇ ਵਿੱਚੋਂ ਹੰਕਾਰ ਨਿਵਰਤ ਨਹੀਂ ਹੁੰਦਾ ਹੈ। ਕਿਰਪਾ ਕਰਕੇ ਸਾਨੂੰ ਕੋਈ ਗਿਆਨ ਦੀ ਗਾਥਾ ਸੁਣਾਓ, ਗਿਆਨ ਦੀ ਕੋਈ ਪਰਿਭਾਸ਼ਾ ਦੱਸੋ, ਗਿਆਨ ਦੀ ਕੋਈ ਚਰਚਾ ਸਾਨੂੰ ਸੁਣਾਓ। ਮਹਾਰਾਜ ਕਿਰਪਾ ਕਰਕੇ ਸਾਡੇ ਹੰਕਾਰ ਨੂੰ ਨਿਵਰਤ ਕਰੋ। ਚੌਪਈ ਸੁਣ ਕਰ ਬੋਲੇ ਸ਼੍ਰੀ ਗੁਣ ਖਾਨੀ। ਸੁਣ ਕੇ ਉਹਨਾਂ ਪੰਡਤਾਂ ਪੁਰੋਹਿਤਾਂ ਦੀ ਗੱਲ ਨੂੰ ਸੁਭਾਏ ਮਨਮੁਖ ਤੋਂ ਗੁਣਾਂ ਦੀ ਖਾਨ ਸ੍ਰੀ ਗੁਰੂ ਨਾਨਕ ਦੇਵ ਜੀ ਆਖਣ ਲੱਗੇ, ਪੰਡਿਤ ਗੁਣਹੁ ਹਮਾਰੀ ਬਾਣੀ। ਸਤਿਗੁਰੂ ਕਹਿਣ ਲੱਗੇ, ਇਹ ਪੰਡਤ ਜੀ, ਹੁਣ ਤੁਹਾਨੂੰ ਅਸੀਂ ਆਪਣੇ ਦੁਆਰਾ ਕੁਝ ਬਚਨ ਕਰਾਂਗੇ, ਔਰ ਤੁਸੀਂ ਇੰਨੀ ਕੁ ਕਿਰਪਾ ਕਰਨੀ ਕਿ ਉਹ ਬਚਨਾਂ ਨੂੰ ਧਿਆਨ ਨਾਲ ਸੁਣਨਾ, ਧਿਆਨ ਨਾਲ ਵਿਚਾਰਨਾ। ਕਿਉਂਕਿ ਜੇ ਬਾਣੀ ਵਿੱਚ ਧਿਆਨ ਨਾ ਦਿਓਗੇ ਤਾਂ ਸਮਝ ਨਾ ਲੱਗ ਸਕੇਗੀ। ਸਮਝ ਲੱਗਣ ਦਾ ਸਿਰਫ ਇੰਨਾ ਹੀ ਮਤਲਬ ਸਮਝਣਾ ਕਿ ਜੋ ਕਹਿਆ ਹੈ ਉਹ ਕੀ ਸਾਡੇ ਜੀਵਨ ਵਿੱਚ ਹੈ। ਬਾਕੀ ਕੋਈ ਅੱਖਰਾਂ ਦਾ ਬੋਧ ਚੱਕੀ ਫਿਰੇ, ਅੱਖਰਾਂ ਦਾ ਬਹੁਤ ਗਿਆਨ ਵੀ ਲਈ ਫਿਰੇ, ਉਹ ਕੋਈ ਸਮਝਦਾਰ ਨਹੀਂ ਹੈ। ਬੜੇ ਬੜੇ ਗਿਆਨੀ ਨੇ, ਬੜੇ ਬੜੇ ਅਰਥ ਸ਼ਾਸਤਰੀ ਨੇ, ਪਰ ਇੱਥੇ ਗੱਲ ਉਹਨਾਂ ਅਰਥ ਸ਼ਾਸਤਰੀਆਂ ਦੀ ਨਹੀਂ, ਅਰਥ ਵਿਦਵਾਨਾਂ ਦੀ ਨਹੀਂ। ਗੱਲ ਹੈ ਤਾਮੀਲ ਦੀ, ਅਮਲ ਦੀ ਗੱਲ ਕਰਦੇ ਨੇ। ਸਤਿਗੁਰੂ ਕਹਿਣ ਲੱਗੇ, ਅਸੀਂ ਜੋ ਬਾਣੀ ਉਚਾਰਦੇ ਉਹਨੂੰ ਧਿਆਨ ਨਾਲ ਵਿਚਾਰ ਲਿਓ। ਅੰਤਰ ਖੋਟ ਨਿਰੰਤਰ ਧਰਹੀ। ਸਤਿਗੁਰੂ ਕਹਿਣ ਲੱਗੇ, ਜੋ ਆਦਮੀ ਨਿਤਾ ਪ੍ਰਤੀ ਹਿਰਦੇ ਵਿੱਚ ਖੋਟ ਰੱਖਦਾ ਹੈ, ਅਗਰ ਉਹ ਕੋਈ ਵੀ ਧਾਰਮਿਕ ਕਿਰਿਆ ਕਰਮ ਕਰਦਾ ਹੈ, ਕੈਸੇ ਪਾਹੋ ਵੇਦ ਕੋ ਚਰਹੀ। ਜੇ ਮਨ ਵਿੱਚ ਕੁਝ ਹੋਰ ਹੈ, ਮੁਖ ਦੁਆਰਾ ਭਾਵੇਂ ਬਾਣੀ ਪੜ੍ਹੀਏ, ਮੁਖ ਦੁਆਰਾ ਭਾਵੇਂ ਧਰਮ ਦੇ ਗ੍ਰੰਥਾਂ ਦਾ ਅਧਿਐਨ ਕਰੀਏ, ਜਿਹੜੀ ਹਿਰਦੇ ਵਿੱਚ ਖੁਟਿਆਈ ਹੈ ਬਾਹਰ ਤਾਂ ਉਹੀ ਆਏਗੀ। ਜ਼ੁਬਾਨ ਦੁਆਰਾ ਅਸੀਂ ਜੇਕਰ ਸੱਚ ਬੋਲਦੇ ਹਾਂ ਤੇ ਮਨ ਵਿੱਚ ਝੂਠ ਹੈ, ਤਾਂ ਫਰੀਦ ਜੀ ਕਹਿੰਦੇ ਨੇ, ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚਿਆ। ਜਿਨ੍ਹਾਂ ਦਾ ਮਨ ਹੋਰ ਆਖਦਾ ਹੈ ਤੇ ਮੁਖ ਕੁਝ ਹੋਰ ਹੀ ਬੋਲਦਾ ਹੈ, ਉਹ ਕੱਚੇ ਪਿੱਲੇ ਨੇ, ਕੱਚੇ ਜਾਣੇ ਜਾਂਦੇ ਨੇ।
ਉਹ ਕਦੇ ਵੀ ਇਹ ਧਾਰਮਿਕ ਨਿਯਮਾਂ ਦਾ ਪੂਰਨ ਪ੍ਰੇਮ ਭਾਵਨਾ ਨਾਲ ਆਚਰਨ ਧਾਰ ਨਹੀਂ ਕਰ ਸਕਦੇ। ਵਿਖੈ ਵਿਕਾਰ ਲਾਲਸਾ ਬਾਢੀ, ਤੇ ਫਿਰ ਵਿਸ਼ੇ ਵਿਕਾਰਾਂ ਵਿੱਚ ਲਾਲਸਾ ਬਹੁਤ ਜ਼ਿਆਦਾ ਹੋਵੇ। ਸ਼ਾਂਤ ਬੁੱਧ ਔਰ ਬਾਹਰ ਠੰਢੀ, ਫਿਰ ਸ਼ਾਂਤੀ, ਫਿਰ ਬੁੱਧੀ, ਗਿਆਨ ਦੀ ਵਿਚਾਰ ਕਰਨ ਵਾਲੀ ਵਿਵੇਕਾ ਬੁੱਧੀ ਤੇ ਸ਼ਾਂਤੀ, ਇਹ ਦੋਨੋਂ ਬਾਹਰ ਰਹਿ ਜਾਂਦੀਆਂ ਨੇ। ਜਦੋਂ ਹਿਰਦੇ ਵਿੱਚ ਵਿਕਾਰ ਹੋਵੇ, ਬਦਲਾਅ ਹੋਵੇ, ਹਿਰਦੇ ਵਿੱਚ ਲਾਲਸਾ ਹੋਵੇ ਦੁਨਿਆਵੀ ਵਡਿਆਈ ਖੱਟਣੇ ਦੀ, ਧਨ ਦੌਲਤ ਸ਼ੌਹਰਤ ਦੀ, ਕਾਮੁਕਤਾ ਦੀ, ਤਾਂ ਉਹ ਸ਼ਾਂਤੀ ਅਤੇ ਗਿਆਨ ਦੀ ਗੱਲ ਉਸ ਆਦਮੀ ਨੂੰ ਕਦੇ ਜਚੇਗੀ ਨਾ, ਭਾਵੇਂ ਫਿਰ ਉਹ ਕਿੱਡਾ ਵੀ ਧਾਰਮਿਕ ਕਿਉਂ ਨਾ ਅਖਵਾਉਂਦਾ ਹੋਏ। ਪੜ੍ਹੋ ਸੁਨੋ ਸਭ ਲੋਕ ਦਿਖਾਵਾ, ਤਾਂ ਇਹ ਲੋਕ ਬਹੁਤੇ ਪੜ੍ਹਦੇ ਨੇ, ਸੁਣਦੇ ਨੇ, ਪੜ੍ਹਦੇ ਸੁਣਦੇ ਨੇ। ਤੇ ਮਹਾਰਾਜ ਕਹਿੰਦੇ ਤੁਸੀਂ ਪੜ੍ਹਦੇ ਸੁਣਦੇ ਹੋ, ਲੋਕਾਂ ਨੂੰ ਦਿਖਾਉਣ ਮਾਤਰ। ਅਸ ਕਹਿ ਪੁੰਨ ਇੱਕ ਸ਼ਬਦ ਇਲਾਵਾ, ਗੁਰੂ ਜੀ ਨੇ ਉਹਨਾਂ ਪੰਡਤਾਂ ਦੇ ਸੰਸ਼ੇ ਨੂੰ ਨਿਵਰਤ ਕਰਨ ਵਾਸਤੇ ਇੱਕ ਸ਼ਬਦ ਉਚਾਰਨ ਕੀਤਾ ਹੈ। ਸ੍ਰੀ ਰਾਗ ਵਿੱਚ, ਜੋ ਗੁਰੂ ਗ੍ਰੰਥ ਸਾਹਿਬ ਵਿੱਚ ਪਹਿਲਾ ਰਾਗ ਹੈ ਸ੍ਰੀ ਰਾਗ, ਸ੍ਰੀ ਰਾਗ ਵਿੱਚ ਸਤਿਗੁਰੂ ਜੀ ਸ਼ਬਦ ਉਚਾਰਨ ਕਰਦੇ ਨੇ, ਸੁਣੋ। ਸ੍ਰੀ ਰਾਗ ਮਹੱਲਾ ਪਹਿਲਾ, ਲਬ ਕੁੱਤਾ ਕੂੜ ਚੂਹੜਾ, ਠੱਗ ਖਾਧਾ ਮੁਰਦਾਰ। ਗੁਰੂ ਜੀ ਕਹਿਣ ਲੱਗੇ ਕਿ ਜਿਹੜੀ ਲਾਲਸਾ ਰੱਖਣੀ ਹੈ, ਹਰ ਵਕਤ ਮਨ ਲਪ ਲਪ ਕਰਦਾ ਹੈ, ਹਰ ਵੇਲੇ ਮਨ ਤ੍ਰਿਸ਼ਨਾ ਵਿੱਚ ਫਸਿਆ ਹੈ, ਕੁਝ ਨਾ ਕੁਝ ਮੰਗਦਾ ਰਹਿੰਦਾ ਹੈ। ਉਹ ਮਨ ਕੁੱਤੇ ਵਰਗਾ ਹੈ। ਜਿਵੇਂ ਕੁੱਤਾ ਬੜਾ ਲੋਭੀਆਂ ਵਿੱਚੋਂ ਲੋਭੀ ਗਿਣਿਆ ਜਾਂਦਾ ਹੈ, ਉਹ ਆਦਮੀ ਕੁੱਤੇ ਦੀ ਤਰ੍ਹਾਂ ਹੈ। ਜੋ ਝੂਠ ਬੋਲਦਾ ਹੈ, ਜਿਹਦੀ ਜ਼ੁਬਾਨ ਤੇ ਹਿਰਦੇ ਵਿੱਚ ਹਰ ਵੇਲੇ ਝੂਠ ਹੀ ਝੂਠ ਰਹਿੰਦਾ ਹੈ, ਉਹੀ ਉਹ ਚੂੜਾ ਹੈ। ਅਸੀਂ ਲੋਕ ਨੀਵੀਂ ਜਾਤੀ ਵਾਲੇ ਨੂੰ ਚੂੜਾ ਬੋਲਦੇ ਹਾਂ, ਪਰ ਸਤਿਗੁਰੂ ਕਹਿਣ ਲੱਗੇ ਚੂੜਾ ਨੀਵੀਂ ਜਾਤੀ ਵਾਲਾ ਨਹੀਂ। ਮਾਂ ਦੇ ਗਰਭ ਵਿੱਚੋਂ ਕੋਈ ਚੂੜਾ ਨਹੀਂ ਜੰਮਦਾ, ਕੋਈ ਬ੍ਰਾਹਮਣ ਨਹੀਂ ਜੰਮਦਾ, ਮਾਂ ਦੇ ਗਰਭ ਵਿੱਚੋਂ ਤਾਂ ਸਿਰਫ ਇਨਸਾਨ ਹੀ ਜੰਮਦਾ ਹੈ। ਫਿਰ ਜਿਸ ਘਰ ਵਿੱਚ ਜੰਮਦਾ ਉਹਨੂੰ ਉਹੋ ਹੀ ਨਾਮ ਦੇ ਦਿੱਤਾ ਜਾਂਦਾ। ਅਗਰ ਬ੍ਰਾਹਮਣ ਦੇ ਘਰ ਜਨਮਿਆ ਤੇ ਉਹ ਬ੍ਰਾਹਮਣਾਂ ਦਾ ਪੁੱਤਰ ਬ੍ਰਾਹਮਣ, ਗਰੀਬਾਂ ਦੇ ਘਰ ਜਨਮਿਆ ਤਾਂ ਉਹ ਗਰੀਬਾਂ ਦਾ ਪੁੱਤਰ ਸ਼ੂਦਰ, ਉਹਨੂੰ ਚੂੜਾ ਕਹਿ ਦਿੰਦੇ ਆ, ਕੁਝ ਹੋਰ ਭੰਗੀ ਵੀ ਬੋਲ ਦਿੰਦੇ। ਗੁਰੂ ਜੀ ਕਹਿੰਦੇ ਸਾਡੀ ਨਿਗਾਹ ਤਾਂ ਇਸ ਤਰ੍ਹਾਂ ਬਿਆਨ ਕਰਦੀ ਹੈ ਕਿ ਜਿਹੜਾ ਝੂਠਾ ਹੈ ਆਦਮੀ, ਫਰੇਬੀ ਹੈ, ਛਲੀਆ ਕਪਟੀਆ ਹੈ, ਉਹੀ ਉਹ ਚੂੜਾ ਹੈ। ਠੱਗ ਖਾਧਾ ਮੁਰਦਾਰ, ਜਿਹੜਾ ਕੋਈ ਆਦਮੀ ਠੱਗੀਆਂ ਠੋਰੀਆਂ ਮਾਰ ਕੇ ਕਿਸੇ ਦਾ ਹੱਕ ਖਾਂਦਾ ਹੈ, ਉਹੀ ਉਹ ਆਦਮੀ ਮਾਂਸ ਖਾਣੇ ਬਰਾਬਰ ਹੈ। ਅਸੀਂ ਨਹੀਂ ਕਹਿੰਦੇ ਕੋਈ ਵੈਸ਼ਨੋ ਹੈ, ਕੋਈ ਮਾਸਾਹਾਰੀ ਸ਼ਾਕਾਹਾਰੀ। ਸਾਡਾ ਮਤ ਇਹ ਕਹਿੰਦਾ ਹੈ ਕਿ ਜਿਹੜਾ ਕਿਸੇ ਦਾ ਹੱਕ ਹਲਾਲ ਖਾਣਾ ਹੈ, ਉਹੀ ਉਹ ਮੁਰਦੇ ਖਾਣ ਬਰਾਬਰ ਹੈ। ਪਰ ਨਿੰਦਾ ਪਰਮਲ ਮੁਖ ਸੁਧੀ। ਗੁਰੂ ਜੀ ਕਹਿਣ ਲੱਗੇ ਜਿਹੜੀ ਪਰਾਈ ਨਿੰਦਾ ਕਰਨੀ ਹੈ, ਇਹ ਤਾਂ ਪਰਾਈ ਮੈਲ ਖਾਣ ਬਰਾਬਰ ਹੈ। ਜਿਵੇਂ ਕੋਈ ਆਦਮੀ ਕਿਸੇ ਦੀ ਮੈਲ ਖਾਵੇ, ਕਿੰਨੀ ਮਨ ਨੂੰ ਅੰਤਕਾਲ ਆਉਂਦੀ ਹੈ, ਕਿੰਨਾ ਮਨ ਉਸ ਤੋਂ ਉਚਾਟ ਹੁੰਦਾ ਹੈ। ਅਗਰ ਸਾਹਮਣੇ ਵਿਸ਼ਟਾ ਪਈ ਹੋਈ ਕਿੰਨੀ ਬੁਰੀ ਲੱਗਦੀ ਹੈ। ਕਿਸੇ ਦੀ ਨਿੰਦਾ ਕਰਨੀ ਕਿਸੇ ਦੀ ਵਿਸ਼ਟਾ ਖਾਣ ਬਰਾਬਰ ਹੈ, ਕਿਸੇ ਦੀ ਮਲ ਖਾਣ ਬਰਾਬਰ ਹੈ। ਅਗਨ ਕ੍ਰੋਧ ਚੰਡਾਲ। ਗੁਰੂ ਜੀ ਕਹਿੰਦੇ ਜਿਹੜਾ ਕ੍ਰੋਧ ਧਾਰਨ ਕਰਨਾ ਹੈ, ਇਹੀ ਉਹ ਹੈ ਚੰਡਾਲ। ਚੰਡਾਲ ਵੀ ਨੀਵੀਂ ਜਾਤੀ ਹੈ। ਜਿਹੜੇ ਲੋਕ ਕੁੱਤੇ ਦਾ ਮਾਸ ਵੀ ਖਾ ਜਾਂਦੇ ਨੇ, ਬੜੇ ਨੀਵੀਂ ਜਾਤੀ ਦੇ ਲੋਕ ਹੈ, ਗੰਦਗੀ ਧਾਰਨ ਕਰਕੇ ਰੱਖਦੇ ਨੇ। ਆਮ ਲੋਕਾਂ ਵਿੱਚ ਤਾਂ ਉਹਨਾਂ ਨੂੰ ਚੰਡਾਲ ਕਿਹਾ ਜਾਂਦਾ, ਪਰ ਸਤਿਗੁਰੂ ਕਹਿੰਦੇ ਜਿਹੜਾ ਕ੍ਰੋਧੀ ਆਦਮੀ ਉਹੀ ਚੰਡਾਲ ਹੈ। ਜਿਹਦੇ ਹਿਰਦੇ ਵਿੱਚ ਕ੍ਰੋਧ ਆ ਕੇ ਭਾਂਬੜ ਮਚਾ ਦਿੰਦਾ ਹੈ, ਅੱਗ ਵਰਗਾ ਕ੍ਰੋਧ ਜਿਹਦੇ ਹਿਰਦੇ ਵਿੱਚ ਆਉਂਦਾ, ਉਹੀ ਉਹ ਚੰਡਾਲ ਹੈ। ਰਸ ਕਸ ਆਪੁਸ ਲਾਹਣਾ, ਇਹ ਕਰਮ ਮੇਰੇ ਕਰਤਾਰ। ਰਸਾਂ ਕਸਾਂ ਨੂੰ ਭੋਗਦੇ ਰਹਿਣਾ, ਜ਼ੁਬਾਨ ਦੁਆਰਾ ਰਸ ਲੈਣੇ,
ਕਸ ਨਾਮ ਹੈ ਸ਼ਰਾਬਾਂ ਕਬਾਬਾਂ ਪੀਣੀਆਂ, ਨਸ਼ਿਆਂ ਦਾ ਸੇਵਨ ਕਰਨਾ, ਫਿਰ ਕਰਨ ਦੇ ਬਾਅਦ ਆਪਣੇ ਆਪ ਨੂੰ ਸਲਾਉਣਾ। ਮੂਰਖ ਕੌਣ ਹੈ? ਜਿਹੜਾ ਆਦਮੀ ਇੱਕ ਤਾਂ ਬੁਰੇ ਕੰਮਾਂ ਵਿੱਚ ਫਸਿਆ ਹੈ, ਐਬ ਧਾਰਦਾ ਹੈ, ਉਲਟਾ ਆਪਣੇ ਆਪ ਨੂੰ ਚਤੁਰ ਦੱਸਦਾ, ਆਪਣੇ ਆਪ ਨੂੰ ਸਿਆਣਾ ਦੱਸਦਾ। ਗੁਰੂ ਜੀ ਕਹਿਣ ਲੱਗੇ ਸਾਡਾ ਸੁਭਾਅ ਹੋ ਜਿਹਾ ਹੈ। ਇਹ ਸਾਡੇ ਜੀਵਾਂ ਦੇ ਤਾਈਂ ਸਤਿਗੁਰੂ ਜੀ ਇਹ ਸੰਬੋਧਨ ਕਰਕੇ ਦੱਸਦੇ ਨੇ ਕਿ ਮਨੁੱਖ ਦਾ ਸੁਭਾਅ ਕੀ ਹੈ। ਰਸ ਕਸ ਆਪ ਸਲਾਹਣਾ, ਰਸਾਂ ਕਸਾਂ ਵਿੱਚ ਪੂਰਾ ਲੰਪਟ ਹਾਂ। ਤਾਂ ਫਿਰ ਆਪਣੇ ਆਪ ਦੀ ਸਲਾਹਤਾ ਕਰਦੇ ਕਿ ਅਸੀਂ ਬੜੇ ਧਾਰਮਿਕ ਹਾਂ, ਬੜੇ ਸਿਆਣੇ ਹਾਂ। ਇਹ ਕਰਮ ਮੇਰੇ ਕਰਤਾਰ, ਇਹੀ ਮੇਰੇ ਕਰਮ ਹੈ, ਮੇਰੀ ਕਿਰਿਆ ਇਹੋ ਹੀ ਹੈ। ਮੈਂ ਜ਼ਿੰਦਗੀ ਪਰ ਇਹੀ ਕੁਝ ਖਟਿਆ ਹੈ ਕਿ ਗਲਤੀਆਂ ਤੇ ਕਰਦਾ ਹਾਂ, ਬੁਰੇ ਕੰਮ 100 ਵਾਰ ਕਰਦਾ ਹਾਂ, ਪਰ ਨਾ ਤੇ ਕਦੇ ਗਲਤੀਆਂ ਨੂੰ ਮੈਂ ਮੰਨਿਆ ਹੈ, ਨਾ ਕਦੇ ਆਪਣੇ ਆਪ ਨੂੰ ਮੈਂ ਕੋਈ ਨਿਮਾਣਾ ਨਿਤਾਣਾ ਸਵੀਕਾਰ ਕੀਤਾ। ਮੈਂ ਆਪਣੇ ਆਪ ਵਿੱਚ ਤਾਂ ਪੂਰਾ ਹੰਕਾਰੀ ਹਾਂ। ਆਪਦੇ ਆਪ ਦੀ ਸਲਾਹਣਾ ਖੁਦ ਬਖੁਦ ਆਪਣੇ ਆਪ ਨੂੰ ਕਰਦਾ ਹਾਂ। ਬਾਬਾ ਬੋਲੀਏ ਪਤ ਹੋਏ। ਸਤਿਗੁਰੂ ਕਹਿਣ ਲੱਗੇ ਕਿ ਉਹੀ ਉਹ ਬੋਲਣਾ ਚਾਹੀਦਾ ਜਿਹੜੇ ਬੋਲਿਆਂ ਸਾਡੀ ਇੱਜ਼ਤ ਬਰਕਰਾਰ ਰਹੇ, ਸਾਡੀ ਇੱਜ਼ਤ ਵਿੱਚ ਫਰਕ ਨਾ ਪਏ। ਅਸੀਂ ਜੇ ਬੋਲਦੇ ਹਾਂ ਅੱਜ ਕੁਝ ਹੋਰ ਬੋਲੀਏ, ਕੱਲ੍ਹ ਨੂੰ ਕੁਝ ਹੋਰ ਬੋਲੀਏ, ਆਪਦੇ ਬਿਆਨ ਬਦਲਦੇ ਰਹੀਏ, ਹਰ ਵਕਤ ਉਲਟਾ ਸਿੱਧਾ ਬੋਲੀਏ, ਮਨ ਆਈਆਂ ਗੱਲਾਂ ਕਰੀਏ, ਉਹ ਗੱਲ ਕਰੀਏ ਜਿਸ ਵਿੱਚ ਫਿਰ ਸਾਡੀ ਨਿੰਦਾ ਵੀ ਹੋਵੇ, ਫਿਰ ਸਾਡੀ ਕੋਈ ਇੱਜ਼ਤ ਵੀ ਨਾ ਰਹਿ ਜਾਏ, ਉਹ ਬੋਲ ਕਦੇ ਨਾ ਬੋਲੀਏ। ਤੇ 100 ਦੀ ਇੱਕ ਗੱਲ ਕਰ ਤੂੰ, 100 ਮਾੜੀਆਂ ਗੱਲਾਂ ਨਾਲੋਂ ਤੂੰ ਇੱਕ ਚੰਗੀ ਕਰ ਦੇ ਤਾਂ ਤੂੰ ਚੰਗਾ ਹੈ। ਊਤਮ ਸੇ ਦਰ ਊਤਮ ਕਹੀਏ, ਨੀਚ ਕਰਮ ਬਹਿ ਰੋਏ। ਸਤਿਗੁਰੂ ਕਹਿਣ ਲੱਗੇ ਉਹ ਉੱਚਿਆਂ ਤੋਂ ਉੱਚੇ ਕਹੇ ਜਾਂਦੇ ਨੇ, ਉੱਚੇ ਤੋਂ ਉੱਚੇ ਕਹੇ ਜਾਂਦੇ ਨੇ ਜਿਹੜੇ ਆਦਮੀ ਬੋਲਣ ਲੱਗਿਆਂ ਵਿਚਾਰ ਕਰਦੇ ਨੇ, ਜਿਹੜੇ ਬੋਲਣ ਲੱਗਿਆਂ ਤੋਲਦੇ ਨੇ। ਜੋ ਤੋਲ ਕੇ ਬੋਲੇ ਉਹੀ ਉਹ ਸਿਆਣਾ, ਜੋ ਮੂੰਹ ਆਈ ਗੱਲ ਨੂੰ ਬੋਲ ਦਏ ਉਹ ਨਿਆਣਾ। ਅਣਜਾਣ ਸਿਆਣਾ ਉਹ ਹੈ ਜੋ ਵਿਚਾਰ ਕਰੇ ਫਿਰ ਬੋਲੇ, ਤਾਂ ਉਹ ਉੱਤਮ ਆਦਮੀ ਹੈ ਜੋ ਵਿਚਾਰ ਕੇ ਬੋਲਦਾ ਹੈ। ਉਹ ਇੱਥੇ ਵੀ ਉੱਤਮ ਹੈ, ਦਰਗਾਹ ਵਿੱਚ ਵੀ ਉੱਤਮ ਨੇ, ਕਿਉਂਕਿ ਸਿਆਣੇ ਆਦਮੀ ਉਹ ਦੇਖ ਲੈਂਦੇ ਨੇ ਕਿ ਅਗਰ ਬੋਲਣਾ ਹੈ ਤਾਂ ਸਿਵਾਏ ਨਾਮ ਜਪਣ ਤੋਂ ਹੋਰ ਜੋ ਵੀ ਕੁਝ ਬੋਲਾਂਗੇ, ਅੱਜ ਕੋਈ ਚੀਜ਼ ਬੋਲੀ ਹੈ ਕੱਲ੍ਹ ਨੂੰ ਉਹ ਬਦਲ ਜਾਏਗੀ। ਅੱਜ ਸਾਡਾ ਮਨ ਕੁਝ ਹੋਰ ਕਹਿੰਦਾ, ਕੱਲ੍ਹ ਨੂੰ ਤਜਰਬਾ ਕੁਝ ਹੋਰ ਕਹੇਗਾ। ਇਸ ਵਾਸਤੇ ਸਿਆਣੇ ਸੂਝਵਾਨ ਅਗਰ ਕੋਈ ਹੋਏ ਹੈ ਤਾਂ ਉਹਨਾਂ ਦੀ ਅਖੀਰਲੀ ਚਰਮ ਸੀਮਾ ਹੈ ਕਿ ਨਾਮ ਤੋਂ ਸਿਵਾਏ ਸਭ ਕੁਝ ਬਦਲ ਜਾਣ ਵਾਲਾ ਹੈ। ਤਾਂ ਉਹ ਨਾਮ ਹੀ ਜਪਦੇ ਨੇ। ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ। ਨਾਮ ਰਹੇਗਾ, ਨਾਮ ਜਪਣ ਵਾਲੇ ਸਾਧੂ ਰਹਿਣਗੇ, ਔਰ ਜਿਸ ਦਾ ਨਾਮ ਹੈ ਨਾਮੀ ਪੁਰਸ਼ ਵਾਹਿਗੁਰੂ ਉਹ ਸਦਾ ਅਟਲ ਹੈ, ਹੋਰ ਨਾ ਕੋਈ ਰਹੇਗਾ, ਚੌਥਾ ਕੋਈ ਹੈ ਹੀ ਨਹੀਂ। ਗੁਰੂ ਜੀ ਕਹਿਣ ਲੱਗੇ ਉਹ ਉੱਤਮ ਹੈ, ਦਰਗਾਹ ਵਿੱਚ ਉੱਤਮ ਨੇ। ਨੀਚ ਕਰਮ ਬਹਿ ਰੋਏ। ਜਿਹੜੇ ਨੀਵੇਂ ਹੈ, ਬੁਰੇ ਕੰਮ ਕਰਦੇ ਨੇ, ਉਹ ਇੱਥੇ ਵੀ ਰੋਂਦੇ ਨੇ, ਦਰਗਾਹ ਵਿੱਚ ਵੀ ਰੋਣਗੇ। ਰਹਾਉ ਰਸ ਸੋਇ ਨਾ ਰਸ ਰੂਪ ਕਾਮਣ। ਸਤਿਗੁਰੂ ਕਹਿਣ ਲੱਗੇ ਆਦਮੀ ਨੂੰ ਰਸ ਲੱਗੇ ਹੋਏ ਨੇ। ਇੱਕ ਰਸ ਲੱਗਾ ਹੋਇਆ ਸੋਨੇ ਦਾ। ਇਹ ਸੋਨਾ ਚਾਂਦੀ, ਕਿਸੇ ਨੂੰ ਸੋਨੇ ਦਾ ਰਸ ਹੈ, ਕਿਸੇ ਨੂੰ ਚਾਂਦੀ ਦਾ, ਕਿਸੇ ਨੂੰ ਇਸਤਰੀ ਦਾ ਰਸ ਲੱਗਾ ਹੈ, ਕਿਸੇ ਨੂੰ ਸੁਗੰਧੀਆਂ ਦਾ, ਅਤਰ ਦਾ, ਤਰ੍ਹਾਂ ਤਰ੍ਹਾਂ ਦੇ ਕੋਈ ਪਰਫਿਊਮ ਪਾਉਂਦਾ ਹੈ। ਰਸ ਹੀ ਇਹ ਸਾਰੇ ਨੇ। ਇਹਨਾਂ ਸਭਨਾਂ ਦਾ ਮੂਲ ਤਾਂ ਹੰਕਾਰ ਹੀ ਹੈ, ਪਰ ਇਹ ਬਾਹਰਲੀਆਂ ਸ਼ਾਖਾਵਾਂ ਨੇ। ਕੋਈ ਸੋਨਾ ਪਾ ਕੇ ਬੜਾ ਹੰਕਾਰ ਨਾਲ ਤੁਰਦਾ ਹੈ, ਕੋਈ ਚਾਂਦੀ ਦੀ ਗਲੇ ਵਿੱਚ ਚੈਨ ਪਾ ਕੇ ਬੜੇ ਰੋਹਬ ਨਾਲ ਤੁਰਦਾ ਕਿ ਮੈਂ ਬੜਾ ਸੋਹਣਾ ਲੱਗਦਾ ਪਿਆ ਹੋਵਾਂਗਾ। ਕੋਈ ਇਸਤਰੀ ਨਾਲ ਚੱਲਦਾ ਹੈ ਬੜੇ ਅਭਿਮਾਨ ਨਾਲ, ਬਹੁਤ ਆਪਣੇ ਆਪ ਨੂੰ ਕੁਝ ਜ਼ਿਆਦਾ ਹੀ ਸਮਝ ਬੈਠਦਾ ਹੈ, ਕਿਉਂਕਿ ਉਹਨੂੰ ਰਸ ਆਉਂਦਾ ਹੈ। ਇਸਤਰੀ ਦਾ ਰਮਣ ਕਰਨਾ ਇਹਦੇ ਵਿੱਚ ਆਦਮੀ ਦਾ ਰਸ ਹੈ। ਪਰਮਲ ਕੀ ਬਾਸ,
ਇਹ ਜਿਹੜੀਆਂ ਚੀਜ਼ਾਂ ਦਾ ਸਤਿਗੁਰੂ ਜੀ ਜ਼ਿਕਰ ਕਰਦੇ ਨੇ, ਇਹ ਸਾਰੀਆਂ ਚੀਜ਼ਾਂ ਦਿਖਾਵਟੇ ਨੇ, ਇਹ ਮਖੌਟੇ ਨੇ ਆਦਮੀ ਦੇ, ਬਾਹਰਲੇ ਭੇਖ ਨੇ। ਕੋਈ ਸੋਨਾ ਪਾ ਕੇ ਆਪਣੇ ਆਪ ਨੂੰ ਭੁਲਾ ਲੈਂਦਾ, ਇਹ ਵੀ ਨਸ਼ਾ ਹੀ ਇੱਕ ਤਰ੍ਹਾਂ ਦਾ। ਕੋਈ ਚਾਂਦੀ ਪਾ ਕੇ ਇੰਨਾ ਮਦਮਸਤ ਹੋ ਜਾਂਦਾ ਕਿ ਭੁੱਲ ਹੀ ਜਾਂਦਾ ਆਪਣੇ ਆਪ ਨੂੰ। ਕੋਈ ਇਸਤਰੀ ਦਾ ਰਮਣ ਕਰਦਾ ਭੁੱਲ ਜਾਂਦਾ ਹੈ। ਕੋਈ ਪਰਫਿਊਮ ਪਾਉਂਦਾ ਹੈ, ਸੁਗੰਧੀਆਂ ਲਗਾਉਂਦਾ ਹੈ ਕਿ ਮੇਰਾ ਪਤਾ ਨਾ ਲੱਗੇ ਕਿ ਮੈਂ ਬੜਾ ਬਦਬੂ ਵਾਲਾ ਹਾਂ, ਮੇਰੇ ਵਿੱਚ ਤਾਂ ਬੜੀ ਬਦਬੂ ਆਉਂਦੀ ਹੈ, ਸਰੀਰ ਵਿੱਚ ਤਾਂ ਸਿਵਾਏ ਗੰਦਗੀ ਤੇ ਹੋਰ ਕੁਝ ਹੈ ਹੀ ਨਹੀਂ। ਆਦਮੀ ਛਪਾਉਂਦਾ ਹੈ ਆਪਣੇ ਆਪ ਨੂੰ ਹਰ ਤਰ੍ਹਾਂ ਨਾਲ। ਇਹ ਵਾਸ਼ਨਾਵਾਂ ਚਾਰ ਤਾਂ ਹੀ ਦੱਸ ਦਿੱਤੀਆਂ ਨੇ, ਅੱਗੇ ਸੁਣੋ। ਰਸ ਘੋੜੇ ਰਸ ਸੇਜਾ ਮੰਦਰ, ਰਸ ਮੀਠਾ ਰਸ ਮਾਸ। ਪੰਜਵਾਂ ਰਸ ਹੈ ਘੋੜਿਆਂ ਦਾ। ਪਹਿਲਾਂ ਲੋਕ ਘੋੜਿਆਂ ਦੇ ਬੜੇ ਸ਼ੌਕੀਨ ਹੁੰਦੇ ਸੀ, ਅੱਜ ਗੱਡੀਆਂ ਦੇ ਹੋ ਗਏ। ਪਰ ਹੈ ਉਹ ਵੀ ਸਵਾਰੀ, ਇਹ ਵੀ ਸਵਾਰੀ। ਸਵਾਰੀ ਦਾ ਵੀ ਜਿਹੜਾ ਮੁੱਖ ਸਿਲਸਿਲਾ ਹੈ ਜ਼ਿਆਦਾਤਰ ਤੇ ਦਿਖਾਵੇ ਵਾਲਾ ਹੈ। ਗੁਜ਼ਾਰਾ ਕਰਨਾ ਤਾਂ ਬੜੀ ਮਾਮੂਲੀਆਂ ਇਹੋ ਜਿਹੀਆਂ ਸਵਾਰੀਆਂ ਨੇ ਜਿਨ੍ਹਾਂ ਤੇ ਆਦਮੀ ਬੜੇ ਸੁਚੱਜੇ ਤਰੀਕੇ ਨਾਲ ਆਪ ਦਾ ਗੁਜ਼ਾਰਾ ਕਰ ਸਕਦਾ ਹੈ। ਪਰ ਆਦਮੀ ਦੀ ਇਹਨੇ ਨਾਲ ਸੰਤੁਸ਼ਟੀ ਨਹੀਂ ਹੈ। ਉਹ ਤਾਂ ਕੋਈ ਵੱਡੀ ਗੱਡੀ, ਵੱਡਾ ਘੋੜਾ, ਵੱਡੀ ਸਵਾਰੀ ਮੰਗਦਾ ਹੈ। ਇਹ ਵੀ ਰਸ ਹੈ, ਰਸ ਸੇਜਾ। ਗੁਜ਼ਾਰਾ ਤੇ ਕੋਈ ਆਦਮੀ ਫਰਸ਼ ਤੇ ਵੀ ਕਰ ਲੈਂਦਾ ਹੈ, ਜ਼ਮੀਨ ਤੇ ਵੀ ਕਰ ਲੈਂਦਾ ਹੈ, ਘਾਸ ਫੂਸ ਦੇ ਇਹੋ ਜਿਹੇ ਮਕਾਨ ਵਿੱਚ ਵੀ ਆਪਦਾ ਗੁਜ਼ਾਰਾ ਕਰ ਹੀ ਲੈਂਦਾ ਹੈ। ਪਰ ਨਹੀਂ, ਆਦਮੀ ਕਹਿੰਦਾ ਕਿ ਨਹੀਂ, ਮੈਂ ਵਧੀਆ ਵਧੀਆ ਬੈੱਡ ਲਗਾਵਾਂ, ਵਧੀਆ ਵਧੀਆ ਗੱਦੇ ਵਿਛਾਵਾਂ, ਪਤਾ ਲੱਗੇ ਲੋਕਾਂ ਨੂੰ ਕਿ ਇਹਨੇ ਮਕਾਨ ਬਣਾਇਆ ਹੈ, ਇਹਨੇ ਘਰ ਵਿੱਚ ਸੁੰਦਰ ਸੁੰਦਰ ਬੈੱਡ ਲਗਾਏ ਨੇ। ਤਾਂ ਉਹ ਸੇਜਾ, ਉਹ ਮੰਦਰ, ਇਹ ਵੀ ਰਸ ਬਣ ਗਏ ਨੇ। ਅਗਰ ਗੁਜ਼ਾਰਾ ਕਰਨਾ ਹੈ ਤੇ ਗੁਜ਼ਾਰੇ ਵਾਸਤੇ ਤਾਂ ਬਹੁਤ ਚੀਜ਼ਾਂ ਨੇ, ਪਰ ਜੇ ਦਿਖਾਵਾ ਕਰਨਾ ਫਿਰ ਅੰਤ ਕੋਈ ਨਹੀਂ। ਦਿਖਾਵੇ ਦੀ ਸੀਮਾ ਕੋਈ ਨਹੀਂ। ਦਿਖਾਵਾ ਜਿੰਨਾ ਕਰੋ ਓਨਾ ਹੀ ਜ਼ਿਆਦਾ ਇੱਕ ਇੱਛਾ ਵੱਧਦੀ ਜਾਂਦੀ ਹੈ। ਤਾਂ ਰਸ ਮੀਠਾ ਰਸ ਮਾਸ। ਮਿੱਠੇ ਖਾਣ ਦਾ ਵੀ ਆਦਮੀ ਨੂੰ ਬੜਾ ਰਸ ਹੈ, ਮਿੱਠਾ ਬਹੁਤ ਖਾਂਦਾ ਹੈ, ਮਿੱਠੇ ਨਾਲ ਬੜਾ ਲਗਾ ਹੈ। ਔਰ ਅਖੀਰ ਤੇ ਮਾਸ, ਅਸੀਂ ਕਹਿੰਦੇ ਅਸੀਂ ਮਾਸ ਨਹੀਂ ਖਾਂਦੇ ਹਾਂ, ਬੜੇ ਧਾਰਮਿਕ ਹਾਂ। ਤੇ ਇਹ ਜੋ ਉੱਪਰ ਰਸ ਦੱਸੇ ਨੇ, ਜੇ ਇਹ ਸਾਨੂੰ ਚੰਬੜੇ ਹੋਏ ਨਾ, ਫਿਰ ਮਾਸ ਨਹੀਂ ਵੀ ਖਾਂਦੇ, ਤੇ ਜੇ ਇਹਦਾ ਰਸ ਚੰਬੜਿਆ ਤੇ ਫਿਰ ਵੀ ਕੋਈ ਗੱਲ ਨਹੀਂ ਹੈ। ਇਹਨਾਂ ਸਾਰਿਆਂ ਵਿੱਚੋਂ ਸਾਨੂੰ ਇੱਕ ਵੀ ਬਿਮਾਰੀ ਚੰਬੜੀ ਹੈ ਤੇ ਬਾਕੀ ਬਿਮਾਰੀਆਂ ਆਪਣੇ ਆਪ ਆ ਜਾਣਗੀਆਂ। ਇਹਨਾਂ ਵਿੱਚੋਂ ਇੱਕ ਵੀ ਰਸ ਜੇ ਸਾਡੇ ਜਿਹਨ ਵਿੱਚ ਹੈ, ਬਾਕੀ ਰਸ ਆਪਣੇ ਆਪ ਹੌਲੀ ਹੌਲੀ ਤੁਰੇ ਆਉਣਗੇ, ਬਾਕੀ ਮੰਗਾਂ ਆਪਣੇ ਆਪ ਆ ਜਾਣਗੀਆਂ। ਜੇ ਛੱਡਣਾ ਹੈ ਤੇ ਸਭ ਛੱਡੋ, ਨਹੀਂ ਤੇ ਫੋਕਟ। ਇਹ ਆਪਣਾ ਪ੍ਰਚਾਰ ਨਾ ਕਰੋ ਕਿ ਅਸੀਂ ਵੈਸ਼ਨੋ ਹਾਂ, ਅਸੀਂ ਕੁਝ ਖਾਂਦੇ ਨਹੀਂ, ਸ਼ਾਕਾਹਾਰੀ। ਇਹ ਫੋਕਟ ਗੱਲਾਂ ਨਾਲ ਕੁਝ ਨਾ ਹੋਏਗਾ। ਇਤੇ ਰਸ ਸਰੀਰ ਕੇ ਕਹਿ ਘਟ ਨਾਮ ਨਿਵਾਸ। ਗੁਰਦੇਵ ਕਹਿਣ ਲੱਗੇ, ਇੰਨੇ ਰਸ ਸਰੀਰ ਦੇ ਤੂੰ ਮਾਣਦਾ ਹੈ, ਇੰਨਾ ਬਾਹਰ ਮੁਖੀ ਹੋ ਗਿਆ ਤੇ ਹੁਣ ਅੰਤਰਮੁਖੀ ਕਿਵੇਂ ਹੋਏਗਾ? ਜਿੰਨਾ ਕੋਈ ਆਦਮੀ ਬਾਹਰ ਮੁਖੀ ਹੈ, ਅੰਦਰ ਜਾਣਾ ਉਹਦੇ ਵਾਸਤੇ ਓਨਾ ਹੀ ਮੁਸ਼ਕਲ ਹੈ। ਤੇ ਇਹਨੇ ਰਸ ਤੂੰ ਮਾਣਦਾ ਤੇ ਤੈਨੂੰ ਕਿੱਥੇ ਨਾਮ ਦਾ ਰਸ ਆਏਗਾ? ਜਿਤ ਬੋਲਿਆ ਪਤ ਪਾਈਐ ਸੋ ਬੋਲਿਆ ਪਰਵਾਨ। ਜਿਹੜੇ ਬੋਲਿਆ ਪਤ ਇੱਜ਼ਤ ਪ੍ਰਾਪਤ ਕਰੀਦੀ ਹੈ, ਉਹੀ ਉਹ ਬੋਲਿਆ ਪਰਵਾਨ। ਫਿੱਕਾ ਬੋਲ ਵੇ ਗੁਚਣਾ ਸੁਣ ਮੂਰਖ ਮਨ ਅਜਾਨ। ਫਿੱਕਾ ਬੋਲ ਕੇ ਖੱਜਲ ਖੁਆਰੀ ਤੋਂ ਸਿਵਾਏ ਕੁਝ ਪ੍ਰਾਪਤ ਨਹੀਂ ਹੁੰਦਾ। ਐ ਮੇਰੇ ਮੂੰਹ ਰੱਖ ਮਨ, ਜੋ ਤੂੰ ਹਰ ਵੇਲੇ ਮੂੰਹ ਰੱਖਦਾ ਫਿਰਦਾ, ਅਣਜਾਣ ਮੇਰੇ ਮਨ, ਇਹ ਗੱਲ ਧਿਆਨ ਨਾਲ ਸੁਣ। ਜੋ ਤਿਸ ਭਾਵ ਸੇ ਭਲੇ ਹੋਰ ਕੇ ਕਹਿਣ ਵਖਾਣ। ਜੋ ਵਾਹਿਗੁਰੂ ਨੂੰ ਚੰਗੇ ਲੱਗਦੇ ਨੇ ਉਹੀ ਉਹ ਭਲੇ ਨੇ। ਹੋਰ ਕਿਹਨਾਂ ਦੀ ਗੱਲ ਕਰੀਏ? ਜਿਹੜੇ ਵਾਹਿਗੁਰੂ ਨੂੰ ਚੰਗੇ ਲੱਗਦੇ ਨੇ ਉਹੀ ਉਹ ਚੰਗੇ ਨੇ। ਜੋ ਵਾਹਿਗੁਰੂ ਦੀ ਨਜ਼ਰ ਸਵੱਲੀ ਹੇਠਾਂ ਨਹੀਂ ਆਏ ਨੇ, ਭਾਵੇਂ ਕਿੱਡੇ ਵੀ ਸੁੰਦਰ ਨੇ, ਮਹਿਲ ਮਾੜੀਆਂ ਵਿੱਚ ਰਹਿੰਦੇ ਨੇ, ਸੋਨੇ ਚਾਂਦੀ ਵਿੱਚ ਖੇਲਦੇ ਨੇ, ਕੋਈ ਫਰਕ ਨਹੀਂ ਪੈਂਦਾ। ਵਾਹਿਗੁਰੂ ਦੀ ਨਜ਼ਰ ਸਵੱਲੀ ਤੋਂ ਵਾਂਝੇ ਨੇ ਤਾਂ ਕੁਝ ਪੱਲੇ ਨਹੀਂ ਉਹਨਾਂ ਦੇ। ਉਹੀ ਉਹ ਚੰਗੇ ਨੇ, ਉਹੀ ਉਹ ਭਲੇ ਨੇ ਜੋ ਪਰਮਾਤਮਾ ਦੀ ਨਿਗਾਹ ਵਿੱਚ ਨੇ। ਤਿੰਨ ਮਤ ਤਿੰਨ ਪਤ ਤਿੰਨ ਧਨ ਪੱਲੇ, ਜਿਨ ਹਿਰਦੈ ਰਹਿਆ ਸਮਾਏ। ਉਹਨਾਂ ਦੀ ਮਤ, ਉਹਨਾਂ ਦੀ ਪਤ, ਉਹਨਾਂ ਦਾ ਹੀ ਧਨ ਹੈ। ਕਿਹਨਾਂ ਦਾ? ਜਿਨ੍ਹਾਂ ਦੇ ਹਿਰਦੇ ਵਿੱਚ ਵਾਹਿਗੁਰੂ ਪ੍ਰਗਟ ਹੋ ਗਿਆ ਹੈ,
ਉਹਨਾਂ ਦੀ ਹੀ ਮੱਤ ਸਿਆਣਪ ਸਭ ਚੰਗੀ ਹੈ, ਉਹਨਾਂ ਦੀ ਹੀ ਇੱਜ਼ਤ ਆਬਰੂ ਹੈ, ਉਹਨਾਂ ਦੇ ਕੋਲ ਧਨ ਦੌਲਤ ਸ਼ੌਹਰਤ ਹੈ। ਕਿਹਾ ਹੈ ਨਾ ਸਤਿਗੁਰਾਂ ਨੇ ਕਿ ਬਸਤਾ ਟੂਟੀ ਝੁੰਮ ਪਰੀ ਚੀਰ ਸਭ ਛਿੰਨਾ, ਮਿੱਤਰ ਨਾ ਰੂਪ ਧਨਹੀਨ ਚੀਰ ਸਭ ਛਿੰਨਾ। ਰਾਜਾ ਸਗਲੀ ਸ੍ਰਿਸ਼ਟ ਕਾਹਰ ਨਾਮ ਮਨ ਭਿੰਨਾ। ਗੁਰੂਦੇਵ ਜੀ ਨੇ ਕਿਹਾ ਹੈ ਨਾ ਕਿ ਕੋਈ ਆਦਮੀ ਹੈ, ਉਹਦੀ ਜਿਹੜੀ ਰਹਿਣ ਵਾਲੀ ਝੌਂਪੜੀ ਹੈ ਟੁੱਟੀ ਹੋਈ ਹੈ, ਫਟੇ ਪੁਰਾਣੇ ਕੱਪੜੇ ਨੇ, ਫਿਰ ਨਾ ਕੋਈ ਮਿੱਤਰ ਹੈ, ਕੋਈ ਰਿਸ਼ਤੇਦਾਰ ਸੰਬੰਧੀ ਨੇੜੇ ਨਹੀਂ ਢੁਕਦਾ। ਪਰ ਜੇ ਉਹ ਨਾਮ ਜਪਦਾ ਹੈ, ਪ੍ਰਭੂ ਦੇ ਨਾਮ ਵਿੱਚ ਭਿੱਜ ਗਿਆ, ਉਹ ਸਭਨਾਂ ਨਾਲੋਂ ਵੱਡਾ ਸਮਰਾਟ ਹੈ, ਉਹ ਰਾਜਾ ਹੈ। ਤਾਂ ਸਤਿਗੁਰੂ ਕਹਿ ਲੱਗੇ ਉਹੀ ਉਹ ਸਿਆਣਾ ਹੈ, ਉਹਦੀ ਹੀ ਇੱਜ਼ਤ ਆਬਰੂ ਹੈ ਜੋ ਨਾਮ ਜਪਦੇ ਨੇ, ਪ੍ਰਭੂ ਦੇ ਨਾਮ ਵਿੱਚ ਮਸਤ ਹੋ ਗਏ ਨੇ, ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰਗਟ ਹੋ ਗਿਆ ਹੈ। ਤਿਨ ਕਾ ਕਿਆ ਸਾਲਾਹਣਾ ਅਵਰ ਸਵਾਲੇ ਹੋ ਕਾਹੇ। ਉਹਨਾਂ ਦੀ ਕੀ ਸਲਾਹਤਾ ਕਰੀਏ, ਕਿੰਨੇ ਕੁ ਪਿਆਰੇ ਨੇ ਉਹ, ਅਵਰ ਸਵਾਲੇ ਹੋ ਕਾਹੇ। ਹੋਰ ਉਹਨਾਂ ਦੇ ਬਰਾਬਰ ਕੌਣ ਹੈ ਸੁੰਦਰ, ਉਹਨਾਂ ਦੀ ਸੁੰਦਰਤਾ ਬਿਆਨ ਨਹੀਂ ਹੋ ਸਕਦੀ। ਉਹੀ ਉਹ ਸੁੰਦਰ ਹੈ, ਸੇਈ ਸੁੰਦਰ ਬਹਿਣੇ, ਸੇਈ ਸੁੰਦਰ ਸੋਹਣੇ, ਸਾਧ ਸੰਗਤ ਜਿਨ ਬਹਿਣੇ। ਉਹੀ ਉਹ ਸੁੰਦਰ ਹੈ ਜੋ ਸਾਧ ਸੰਗਤ ਵਿੱਚ ਬੈਠਦੇ ਨੇ। ਨਾਨਕ ਨਦਰੀ ਬਾਹਰੇ ਰਾਚਹਿ ਦਾਨ ਨ ਨਾਏ। ਸਤਿਗੁਰੂ ਜੀ ਕਹਿਣ ਲੱਗੇ ਕਿ ਜੋ ਵਾਹਿਗੁਰੂ ਦੀ ਨਦਰ ਸਵਲੀ ਤੋਂ ਬਾਹਰ ਹੈ, ਵਾਂਝੇ ਨੇ, ਉਹ ਨਾ ਤੇ ਕੋਈ ਦਾਨ ਪੁੰਨ ਕਰਨ ਵਿੱਚ ਜ਼ਿਆਦਾ ਖਿਆਲ ਰੱਖਦੇ ਨੇ, ਨਾ ਨਾਮ ਜਪਣ ਵਿੱਚ। ਉਹਨਾਂ ਨੂੰ ਇਹ ਦੋਨੋਂ ਚੀਜ਼ਾਂ ਪਖੰਡ ਲੱਗਦੀਆਂ ਨੇ। ਉਹ ਦਾਨ ਦੀ ਵੀ ਭੰਡੀ ਕਰਦੇ ਨੇ ਤੇ ਨਾਮ ਜਪਣ ਤੋਂ ਵੀ ਉਹ ਗੁਰੇਜ਼ ਕਰਦੇ ਨੇ, ਕਿਉਂਕਿ ਉਹਨਾਂ ਦਾ ਮਨ ਕੁਝ ਹੋਰ ਹੀ ਲੋਚਦਾ। ਉਹਨਾਂ ਦਾ ਮਨ ਤਾਂ ਲੋਚਦਾ ਹੈ ਸਭ ਕੁਝ ਮਿਲ ਜਾਏ, ਸਭ ਕੁਝ ਹੜੱਪ ਲਈਏ, ਸਭ ਕੁਝ ਖਿੱਚ ਲਈਏ, ਦੇਣਾ ਕੁਝ ਨਾ ਪਏ। ਨਾਮ ਤੋਂ ਵਾਂਝੇ ਆਦਮੀ, ਪ੍ਰਮਾਤਮਾ ਦੀ ਸਿਫਤ ਸਲਾਹਤਾ ਤੋਂ ਵਾਂਝੇ ਆਦਮੀ, ਉਹਨਾਂ ਨੂੰ ਨਾ ਕੁਝ ਦੇਣਾ ਚੰਗਾ ਲੱਗਦਾ, ਨਾ ਹੀ ਪ੍ਰਭੂ ਦੇ ਗੁਣ ਗਾਉਣੇ ਚੰਗੇ ਲੱਗਦੇ ਨੇ। ਦੋਹਰਾ ਮਨ ਕੇ ਮਨ ਸਭ ਹੋਵੈ ਸੁਨਹੁ, ਰਹੇ ਵਿਸ਼ੈ ਲਪਟਾਏ। ਗੁਰਦੇਵ ਜੀ ਉਹਨਾਂ ਪੰਡਿਤਾਂ ਪੁਰੋਹਿਤਾਂ ਨੂੰ ਕਹਿਣ ਲੱਗੇ ਕਿ ਕਿਉਂ ਪੰਡਤ ਜੀ, ਤੁਹਾਨੂੰ ਇੱਕ ਗੱਲ ਕਹੀਏ, ਆਪ ਦੇ ਮਨ ਦੇ ਸਨਮੁਖ ਹੋ ਕੇ ਇਹ ਗੱਲ ਨੂੰ ਸਵੀਕਾਰ ਕਰਦੇ ਹੋ ਕਿ ਤੁਸੀਂ ਪੂਰੀ ਨੀਅਤ ਨਾਲ ਪਾਠ ਪੂਜਾ ਕਰਦੇ ਹੋ ਔਰ ਨਿਸ਼ਕਪਟ ਹੋ ਕੇ ਕਰਦੇ ਹੋ, ਜਾਂ ਫਿਰ ਵਿਸ਼ਿਆਂ ਵਿੱਚ ਲਪਟਾਏ ਹੋਏ ਹੋ, ਇਹ ਤੁਸੀਂ ਸਵੀਕਾਰ ਕਰਦੇ ਹੋ? ਤਦੋਂ ਤਾਂ ਹੀ ਕਿ ਰਸ ਮੈਂ ਫਸੇ ਨਹੀਂ ਨਾਮ ਰਸ ਆਏ। ਇੱਕ ਵਾਰੀ ਮਨ ਨੂੰ ਸਾਹਮਣੇ ਖੜਾ ਕਰਕੇ ਦੇਖੋ ਕਿ ਮਨ ਵਿੱਚ ਕੀ ਚੱਲਦਾ ਹੈ। ਬਾਣੀ ਪੜ੍ਹੀ ਹੋਈ, ਨਾਮ ਜਪਿਆ ਹੋਇਆ ਉਧਰ ਹੀ ਲੈ ਜਾਂਦਾ ਹੈ ਜਿੱਧਰ ਸਾਡੇ ਮਨ ਦੀ ਵਾਸ਼ਨਾ ਹੈ। ਔਰ ਇਸ ਕਰਕੇ ਬਹੁਤੇ ਲੋਕ ਨਾਮ ਤਾਂ ਜਪਦੇ ਨੇ, ਬਾਣੀ ਪੜ੍ਹਦੇ ਨੇ, ਪਰ ਉਹਨਾਂ ਨੂੰ ਇਹ ਵੀ ਨਹੀਂ ਪਤਾ ਹੈ ਕਿ ਨਾਮ ਜਪਣਾ, ਬਾਣੀ ਪੜ੍ਹਨ ਦਾ ਪ੍ਰਯੋਜਨ ਕੀ ਹੈ। ਉਹ ਤਾਂ ਲੱਗੇ ਨੇ ਕਿ ਅਸੀਂ ਨਾਮ ਜਪੀਏ, ਬਾਣੀ ਪੜ੍ਹੀਏ, ਸਾਡਾ ਚੰਗਾ ਕਾਰੋਬਾਰ ਬਹੁਤ ਵੱਧ ਜਾਏ, ਹੋਰ ਵੱਧ ਜਾਏ। ਉਹਨਾਂ ਦੀ ਇੱਛਾ, ਗਹਿਰੀ ਤੋਂ ਗਹਿਰੀ ਇੱਛਾ ਇਹੋ ਹੈ। ਤਾਂ ਉਹਨਾਂ ਦੀ ਇੱਛਾ ਸੰਪੂਰਨ ਵੀ ਹੋ ਜਾਂਦੀ, ਕੋਈ ਸ਼ੱਕ ਨਹੀਂ, ਕਿਉਂਕਿ ਜੋ ਇੱਛਾ ਹੈ ਉਹ ਮਿਹਨਤ ਨਾਲ ਪੂਰੀ ਵੀ ਹੋ ਜਾਂਦੀ ਹੈ। ਪਰ ਫਿਰ ਉਲਾਂਭਾ ਕਿਸੇ ਨੂੰ ਨਾ ਦੇਈਏ, ਮੰਗਿਆ ਜੋ ਸੀ ਮਿਲਦਾ ਉਹੀ ਹੈ। ਮਹਾਤਮਾ ਬੁੱਧ ਆਖਦੇ ਨੇ ਕਿ ਜੋ ਆਦਮੀ ਮੰਗਦਾ ਹੈ ਉਹੀ ਉਹ ਕੁਛ ਉਹਨੂੰ ਮਿਲਦਾ ਹੈ, ਸਿਵਾਏ ਮੰਗ ਤੋਂ ਉਹਨੂੰ ਕੁਝ ਨਹੀਂ ਮਿਲਦਾ। ਇਹ ਜੋ ਚੀਜ਼ਾਂ ਸਾਨੂੰ ਪ੍ਰਾਪਤ ਹੋ ਰਹੀਆਂ ਨੇ, ਕਿਤੇ ਨਾ ਕਿਤੇ ਮੰਗੀਆਂ ਸੀ ਤਾਂ ਉਹ ਮਿਲ ਰਹੀਆਂ ਨੇ। ਮਹਾਰਾਜ ਕਹਿਣ ਲੱਗੇ ਤਾਂ ਹੀ ਕਿ ਰਸ ਮੈਂ ਫਸੇ ਨਹੀਂ ਨਾਮ ਰਸ ਆਏ। ਤੂੰ ਉਸ ਅਵਸਥਾ ਦੇ ਵਿੱਚ ਹੀ ਫਸਿਆ ਹੈ, ਫਿਰ ਨਾਮ ਦਾ ਰਸ ਕਿਵੇਂ ਆਏ? ਚੌਪਈ ਪੜਨ ਪ੍ਰਕਾਰ ਦੋਏ ਕੋ ਜਾਨਹੁ। ਸਤਿਗੁਰੂ ਕਹਿਣ ਲੱਗੇ ਪੜ੍ਹਨਾ ਦੋ ਪ੍ਰਕਾਰ ਦਾ ਹੈ। ਹਰ ਕੋਈ ਆਦਮੀ ਪੜ੍ਹਿਆ ਲਿਖਿਆ ਨਹੀਂ ਹੈ, ਹਰ ਕੋਈ ਅਨਪੜ੍ਹ ਵੀ ਨਹੀਂ ਹੈ। ਪੜ੍ਹਿਆ ਲਿਖਿਆ ਆਦਮੀ ਦੋ ਤਰ੍ਹਾਂ ਦਾ ਹੀ ਹੁੰਦਾ ਹੈ। ਵਿਦਿਆ ਵੀ ਦੋ ਤਰ੍ਹਾਂ ਦੀ ਹੈ। ਬਟੇ ਬਾਜ ਇੱਕ ਸੂਰ ਪ੍ਰਮੰਨ ਹੋ।
ਇੱਕ ਹੈ ਗੱਤਕੇਬਾਜ਼ ਦੀ ਤਰ੍ਹਾਂ, ਜਿਵੇਂ ਕੋਈ ਤਲਵਾਰਬਾਜ਼ੀ ਖੇਡਦਾ ਹੈ, ਤੇ ਦੂਸਰਾ ਸੂਰਮਾ ਹੈ। ਉਹ ਸਿਰਫ ਖੇਲਦਾ ਨਹੀਂ ਹੈ, ਉਹ ਜੰਗ ਵਿੱਚ ਉਤਰ ਜਾਂਦਾ ਹੈ। ਲੋੜ ਪਏ ਤੇ ਸਿਰ ਲੈ ਲੈਂਦਾ ਹੈ, ਲੋੜ ਪਏ ਤੇ ਸਿਰ ਦੇ ਦਿੰਦਾ ਹੈ। ਇੱਕ ਤਾਂ ਉਹ ਸੂਰਮਾ ਹੈ। ਇੱਕ ਸਿਰਫ ਗੱਤਕਾ ਖੇਲਦਾ ਹੈ, ਤਲਵਾਰ ਨੂੰ ਬੜੀ ਤੇਜ਼ੀ ਨਾਲ ਘੁਮਾਉਂਦਾ ਹੈ, ਆਪਦੇ ਤੇ ਵਾਰ ਨਹੀਂ ਆਉਣ ਦਿੰਦਾ, ਤੇ ਵਾਰ ਇੰਨੀ ਤੇਜ਼ੀ ਨਾਲ ਕਰਦਾ ਕਿ ਸ਼ਾਇਦ ਬਿਜਲੀ ਵੀ ਫਿੱਕੀ ਪੈ ਜਾਏ। ਇੱਕ ਕੀ ਨਿਸ਼ਫਲ ਝੂਠੀ ਲਖਣੀ, ਇੱਕ ਦੀ ਇਹ ਸਿਆਣਪ ਚਤੁਰਾਈ ਵਿਦਿਆ ਪੜ੍ਹੀ ਹੋਈ ਕਿਰਤ ਵਿਰਤ ਵਿੱਚ ਤਾਂ ਵਾਧਾ ਕਰ ਸਕਦੀ ਹੈ, ਜੀਵਨ ਦੇ ਵਿੱਚ ਗੁਜ਼ਾਰਾ ਤੇ ਕਰਵਾ ਸਕਦੀ ਹੈ, ਪਰ ਹੈ ਨਿਸ਼ਫਲ ਹੈ। ਨਿਸ਼ਫਲ ਦਾ ਅਰਥ ਇੱਥੇ ਇਹ ਨਹੀਂ ਹੈ ਕਿ ਮਿਲਦਾ ਕੁਝ ਨਹੀਂ ਹੈ। ਗੱਤਕਾਈ ਫਟੇਬਾਜ਼ ਤਲਵਾਰਬਾਜ਼ੀ ਵਿੱਚ ਤਾਂ ਬੜੇ ਨਿਪੁੰਨ ਹੁੰਦੇ ਆ, ਤਲਵਾਰ ਇੰਨੀ ਤੇਜ਼ ਘੁਮਾਉਂਦੇ ਆ ਕਿ ਸ਼ਾਇਦ ਉਹਨੂੰ ਦੇਖ ਕੇ ਤਾਂ ਲੋਕ ਸੋਚਦੇ ਹੋਣਗੇ ਕਿ ਇਹ ਵੱਡਾ ਸੂਰਮਾ ਹੈ, ਪਰ ਉਹ ਸੂਰਮਾ ਨਹੀਂ ਹੈ, ਸਿਰਫ ਦਿਖਾਵੇ ਮਾਤਰ। ਉਹਦੀ ਇਹ ਦਿਖਾਵੇ ਮਾਤਰ ਦੀ ਕਮਾਈ ਕੋਈ ਫਲ ਦਾਇਤਵ ਨਹੀਂ ਹੈ, ਕੋਈ ਪ੍ਰਾਪਤੀ ਨਹੀਂ ਹੁੰਦੀ ਉਹਦੇ ਨਾਲ। ਹੋਤ ਸਫਲ ਦੂਸਰ ਸਿੱਖ ਸਿੱਖਣੀ, ਦੂਸਰਾ ਆਦਮੀ ਸੂਰਮਾ, ਉਹਦੀ ਚਲਾਈ ਹੋਈ ਤੇਗ ਸਫਲੀ ਹੁੰਦੀ ਹੈ। ਜਾਂ ਤੇ ਉਹ ਜਿੱਤ ਪ੍ਰਾਪਤ ਕਰਕੇ ਕੁਝ ਮੁਰਾਤਬਾ ਹਾਸਲ ਕਰਦਾ ਹੈ, ਜੇ ਅਗਰ ਹਾਰ ਜਾਏ ਤੇ ਸ਼ਹੀਦੀ ਪ੍ਰਾਪਤ ਕਰਦਾ ਹੈ। ਦੋਨਾਂ ਵਿੱਚ ਉਹਨੂੰ ਸਫਲਤਾ ਹੀ ਮਿਲਦੀ ਹੈ। ਫਟੇਬਾਜ਼ ਇਹ ਭਾਂਤ ਚਲਾਵਹਿ, ਜਿਹੜਾ ਫਟੇਬਾਜ਼ ਹੁੰਦਾ ਹੈ, ਗਤਕਈ ਹੁੰਦਾ ਹੈ, ਉਹ ਇੱਦਾਂ ਤਲਵਾਰ ਚਲਾਉਂਦਾ ਹੈ ਜੈਸੇ ਅੰਗ ਛੂਹਣ ਨਹੀਂ ਪਾਵਹਿ, ਜਿਵੇਂ ਕਿ ਅੰਗਾਂ ਨੂੰ ਛੂਹੇ ਨਾ। ਇੰਨੀ ਤੇਜ਼ ਤਲਵਾਰ ਚਲਾਉਂਦਾ ਹੈ ਕਿ ਆਸਮਾਨ ਦੀ ਬਿਜਲੀ ਵੀ ਫਿੱਕੀ ਲੱਗਦੀ ਹੈ। ਤਿਨ ਕੋ ਤਨ ਮਹਿ ਰਹਿਓ ਬਨਾਇਓ, ਤਿਨ ਕੋ ਤਨ ਰਹਿ ਬਨਿਓ ਬਨਾਇਓ। ਉਹ ਆਦਮੀ ਜੋ ਪਟੇਬਾਜ਼ ਹੈ, ਗਤਕਈ ਹੈ, ਤਲਵਾਰ ਇੰਨੀ ਤੇਜ਼ ਚਲਾਉਂਦਾ ਹੈ ਕਿ ਸ਼ਾਇਦ ਲੋਕ ਉਹਦੇ ਕੋਲ ਦੇਖ ਦੇਖ ਕੇ ਡਰੀ ਜਾਣ। ਪਰ ਉਹ ਤਲਵਾਰ ਚਲਾਉਣ ਦਾ ਉਹਦਾ ਜਿਹੜਾ ਮੁੱਖ ਕਾਰਨ ਹੈ, ਉਹ ਤਾਂ ਸਿਰਫ ਕਿਰਤ ਨਾਲ ਜੁੜਿਆ ਹੋਇਆ ਹੈ। ਉਹਦੀ ਇਹ ਰੋਜੀ ਹੈ। ਉਹ ਤਲਵਾਰ ਚਲਾਉਂਦਾ ਇਸ ਖਾਤਰ ਕਿ ਉਹਦਾ ਕੰਮ ਧੰਦਾ ਚੱਲਦਾ ਰਹੇ, ਪਰ ਉਹ ਤਲਵਾਰ ਨਾਲ ਨਾ ਤੇ ਉਹਦਾ ਕੋਈ ਨੁਕਸਾਨ ਹੁੰਦਾ ਹੈ, ਨਾ ਤਲਵਾਰ ਦਾ ਕੋਈ ਨੁਕਸਾਨ ਹੁੰਦਾ ਹੈ। ਸ਼ਸਤਰ ਘਾਵ ਕੇ ਛੋਹਣ ਨਾ ਪਾਇਓ, ਨਾ ਤੇ ਉਹ ਸ਼ਸਤਰ ਕਿਸੇ ਸਰੀਰ ਦੇ ਅੰਗ ਨੂੰ ਚੋਟ ਪਹੁੰਚਾਉਂਦਾ ਹੈ। ਕੋਈ ਤਰ੍ਹਾਂ ਦਾ ਸੱਟ ਫੇਟ ਲੱਗਣ ਦਾ ਡਰ ਨਹੀਂ ਹੁੰਦਾ ਹੈ ਉਸਨੂੰ। ਹੇਤ ਜੀਵਕਾ ਲੋਕ ਦਿਖਾਵਨ, ਉਹ ਤੇ ਜੀਵਕਾ ਖਾਤਰ, ਰੋਜੀ ਰੋਟੀ ਖਾਤਰ ਲੋਕਾਂ ਨੂੰ ਦਿਖਾਵਨ ਮਾਤਰ। ਪੜਤ ਸੋ ਇੱਕ ਨਹਿ ਕਰਹਿ ਕਮਾਵਨ, ਇੱਕ ਆਦਮੀ ਇਹੋ ਜਿਹੇ ਨੇ, ਉਹ ਆਪਦੀ ਰੋਜੀ ਰੋਟੀ ਖਾਤਰ ਪੜ੍ਹਦੇ ਨੇ। ਉਹ ਪੜ੍ਹਾਈ ਲਿਖਾਈ ਵਿਦਿਆ ਪੜ੍ਹਦੇ ਨੇ ਰੋਜੀ ਰੋਟੀ ਖਾਤਰ। ਉਹਨਾਂ ਦਾ ਕੋਈ ਮਤਲਬ ਨਹੀਂ ਹੈ ਮੁਕਤੀ ਨਾਲ, ਕੋਈ ਮਤਲਬ ਨਹੀਂ ਹੈ ਪ੍ਰਭੂ ਨਾਲ, ਸਿਰਫ ਤਾਲੁਕ ਹੈ ਮਾਇਆ ਨਾਲ, ਵਡਿਆਈ ਨਾਲ। ਤਾਂ ਤੁਸੀਂ ਵੱਡੇ ਵੱਡੇ ਪੰਡਿਤ ਦੇਖੋਗੇ, ਵੱਡੇ ਵੱਡੇ ਕਥਾਕਾਰ ਗਿਆਨੀ ਦੇਖੋਗੇ, ਕਥਾ ਤੇ ਕਰਦੇ ਨੇ ਗੁਰੂ ਦੀ, ਕਥਾ ਤੇ ਕਰਦੇ ਨੇ ਸਤਿਗੁਰੂ ਦੀ, ਕਥਾ ਤੇ ਕਰਦੇ ਨੇ ਕਿਸੇ ਪੀਰ ਫਕੀਰ ਦੀ, ਕਿਸੇ ਅਵਤਾਰ ਦੀ, ਪਰ ਉਹ ਕਥਾ ਦੇ ਨਾਲ ਦੂਰ ਦੂਰ ਤੱਕ ਕੋਈ ਸੰਬੰਧ ਨਹੀਂ ਹੁੰਦਾ ਹੈ। ਸਿਰਫ ਪੜ੍ਹੀਆਂ ਲਿਖੀਆਂ ਗੱਲਾਂ ਹੀ ਕਰਦੇ ਨੇ, ਕੋਈ ਅਨੁਭਵ ਵਿੱਚ ਨਹੀਂ। ਉਹ ਨਾ ਕਮਾਈ ਵਿੱਚ ਆਵੇ, ਪੜ੍ਹਿਆ ਲਿਖਿਆ ਉਹਨਾਂ ਦਾ ਸਭ ਸਿਰਫ ਕਿਰਤ ਵਿਰਤ ਵਿੱਚ ਹੀ ਚਲੇ ਜਾਂਦਾ ਹੈ। ਦੇਹ ਕੋ ਨਿਸ਼ਫਲ ਐਸੇ ਜਾਨਹੁ, ਉਹ ਇਸ ਤਰ੍ਹਾਂ ਨਿਸ਼ਫਲ ਹੈ ਕਿਉਂਕਿ ਉਹਦੀ ਨਿਸ਼ਫਲਤਾ ਦੀ ਨਿਸ਼ਾਨੀ ਸਤਿਗੁਰੂ ਜੀ ਦੱਸਦੇ ਨੇ। ਜੈਸੇ ਘਨ ਜਲਹੀਨ ਪਛਾਨਹੁ, ਜਿਵੇਂ ਬੱਦਲ ਗਰਜਦੇ ਬੜਾ ਨੇ, ਪਰ ਪਾਣੀ ਤੋਂ ਹੀਣੇ, ਪਾਣੀ ਤੋਂ ਸਖਣੇ ਬੱਦਲ ਬਰਖਾ ਨਹੀਂ ਬਰਸਾ ਸਕਦੇ ਨੇ। ਗਰਜਦੇ ਬੜੇ ਹੋਣ, ਗਰਜਾਂ ਨਾਲ ਕੋਈ ਫਰਕ ਨਹੀਂ, ਅਗਰ ਬਰਖਾ ਨਹੀਂ ਪੈਂਦੀ ਤਾਂ ਕੀ ਫਰਕ ਪਵੇਗਾ। ਦੂਸਰੇ ਆਦਮੀ ਨੇ ਸੂਰਮੇ, ਇੱਕ ਜੋ ਸੂਰ ਸੰਤ ਇਸ ਰੀਤੀ, ਇੱਕ ਸੂਰਮੇ ਹੁੰਦੇ ਨੇ ਜੋ ਤਲਵਾਰ ਨੂੰ ਇਸ ਭਾਂਤੀ ਚਲਾਉਂਦੇ ਨੇ, ਯੁੱਧ ਵਿੱਚ ਨਿੱਤਰ ਜਾਂਦੇ ਨੇ। ਉਹ ਯੁੱਧ ਇਸ ਵਾਸਤੇ ਕਰਦੇ ਨੇ, ਹੱਕ ਵਾਸਤੇ, ਸੱਚ ਦੀ ਲੜਾਈ ਕਰਦੇ ਨੇ। ਚਾਹੇ ਉਹ ਯੁੱਧ ਵਿੱਚ ਹਾਰ ਹੋਏ, ਚਾਹੇ ਜਿੱਤ ਹੋਏ, ਉਹ ਹਾਰ ਵਿੱਚ ਵੀ ਜਿੱਤ ਹੁੰਦੀ ਹੈ।
ਉਹ ਜਿੱਤ ਵਿੱਚ ਵੀ ਬੜੀਆਂ ਵਡਿਆਈਆਂ ਮਿਲਦੀਆਂ ਨੇ। ਯੁੱਧ ਵਿੱਚ ਉਤਰ ਜਾਣਾ ਸੂਰਮੇ ਦਾ ਕੰਮ ਹੈ, ਫਟੇਬਾਜ਼ੀ ਕਰਨੀ ਇਹ ਤਾਂ ਰੋਜੀ ਰੋਟੀ ਵਾਲਿਆਂ ਦਾ ਕੰਮ ਹੈ, ਧੰਦੇਬਾਜ਼ੀ ਦਾ ਕੰਮ ਹੈ। ਤਾਂ ਸਤਿਗੁਰੂ ਜੀ ਕਹਿਣ ਲੱਗੇ ਇੱਕ ਸੂਰਮੇ ਦੀ ਨਿਆਈ ਸੰਤ ਜਨ ਹੈ। ਸੰਤ ਜਨ ਕੀ ਕਰਦੇ ਨੇ? ਪੜ੍ਹੇ ਸੁਨਹਿ ਸਤਸੰਗ ਸਪ੍ਰੀਤੀ। ਸੰਤ ਜਨ ਬਾਣੀ ਵੀ ਪੜ੍ਹਦੇ ਨੇ, ਹੋਰ ਵੀ ਧਾਰਮਿਕ ਗ੍ਰੰਥਾਂ ਦਾ ਵਿਦਿਆ ਦਾ ਪਠਨ ਪਾਠਨ ਕਰਦੇ ਨੇ, ਪਰ ਉਹ ਨਾਲ ਸਾਧ ਸੰਗਤ ਵੀ ਕਰਦੇ ਨੇ, ਸਹਿਤ ਪ੍ਰੀਤੀ ਦੇ ਨਾਮ ਵੀ ਜਪਦੇ ਨੇ। ਜਾਣਹਿ ਬੜ ਅਗਿਆਨ ਅਰਾਤੀ। ਉਹ ਜਾਣਦੇ ਨੇ ਕਿ ਸਾਡਾ ਜਿਹੜਾ ਸਭ ਤੋਂ ਵੱਡਾ ਵੈਰੀ ਹੈ ਉਹ ਅਗਿਆਨ ਹੈ। ਅਗਿਆਨ ਹੀ ਸਾਡਾ ਵੈਰੀ ਹੈ ਔਰ ਇਹਦੇ ਨਾਲ ਹੀ ਸਾਡਾ ਵੈਰ ਹੈ। ਜਿੰਨਾ ਚਿਰ ਅਗਿਆਨ ਨਾ ਮਰੇ ਉਹਨਾਂ ਚਿਰ ਅਸੀਂ ਸਾਧਨਾ ਨਾ ਛੱਡਾਂਗੇ। ਜਿਵੇਂ ਸੂਰਮਾ ਯੁੱਧ ਵਿੱਚ ਉਤਰਦਾ ਹੈ ਵੈਰੀ ਨੂੰ ਮਾਰਨ ਵਾਸਤੇ, ਇਵੇਂ ਸੰਤ ਜਨ ਇਹ ਨਾਮ ਜਪਦੇ ਨੇ, ਸਾਧ ਸੰਗਤ ਕਰਦੇ ਨੇ ਇਸ ਵਾਸਤੇ ਕਿ ਅਗਿਆਨ ਨੂੰ ਮੇਟ ਸਕੀਏ। ਤਿਹ ਕੋ ਹਨਨ ਕਰਹਿ ਪਲ ਭਾਂਤੀ। ਉਹਨਾਂ ਦੀ ਇਹ ਸਾਧਨਾ ਇੱਕ ਨਾ ਇੱਕ ਦਿਨ ਸਫਲੀ ਹੋ ਜਾਂਦੀ ਹੈ, ਇੱਕ ਨਾ ਇੱਕ ਦਿਨ ਉਹਨਾਂ ਦੀ ਕੀਤੀ ਹੋਈ ਕਮਾਈ ਫਲ ਦਿੰਦੀ ਹੈ। ਉਹ ਆਪਣੇ ਅਗਿਆਨ ਨੂੰ ਮੇਟ ਲੈਂਦੇ ਨੇ। ਕਾਮ ਕ੍ਰੋਧ ਲੋਭ ਅਹੰਕਾਰ। ਕੋਈ ਆਦਮੀ ਕਾਮੀ ਹੈ, ਕ੍ਰੋਧੀ ਹੈ, ਲੋਭੀ ਹੈ, ਹੰਕਾਰੀ ਹੈ। ਇਹ ਤੇ ਅੰਗ ਸੋ ਕਰਹਿ ਪ੍ਰਹਾਰ। ਸੋ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਵਿਕਾਰ ਹੈ ਇਹਨਾਂ ਨੂੰ ਸੰਤ ਜਨ ਪ੍ਰਹਾਰ ਕਰਦੇ ਨੇ। ਇਹਨਾਂ ਨੂੰ ਹੀ ਆਪ ਦਾ ਵੈਰੀ ਬਣਾ ਕੇ ਇਹਨਾਂ ਨੂੰ ਨਿਸ਼ਾਨਾ ਬਣਾਉਂਦੇ ਨੇ। ਕਾਮ ਕ੍ਰੋਧ ਨੂੰ ਆਪਣੇ ਲਾਗੇ ਨਹੀਂ ਆਉਣ ਦਿੰਦੇ ਨੇ। ਨਾਮ ਰੂਪੀ ਵਾਰ ਕਰਦੇ ਨੇ ਜਿਸ ਦੁਆਰਾ ਉਹ ਇਹਨਾਂ ਵਿਕਾਰਾਂ ਨੂੰ ਦੂਰ ਭਜਾ ਦਿੰਦੇ ਨੇ। ਸਤਿਗੁਰ ਸ਼ਬਦ ਸ਼ਸਤਰ ਜਿਨ ਕੇਰੇ। ਜਿਹੜੇ ਸੰਤ ਜਨਾਂ ਨੇ ਸਤਿਗੁਰਾਂ ਦੇ ਸ਼ਬਦ ਨੂੰ, ਵਾਹਿਗੁਰੂ ਗੁਰਮੰਤਰ ਨੂੰ ਹੀ ਆਪ ਦਾ ਸ਼ਸਤਰ ਬਣਾਇਆ ਹੋਇਆ ਹੈ। ਉਹ ਜਦੋਂ ਹੀ ਮਨ ਵਿੱਚ ਵਿਕਾਰ ਫੁੱਟਦੇ ਨੇ ਉਹ ਨਾਮ ਜਪਣਾ ਸ਼ੁਰੂ ਕਰ ਦਿੰਦੇ ਨੇ। ਨਾਮ ਦੇ ਬਲ ਨਾਲ ਉਹਨਾਂ ਦੇ ਵਿਕਾਰ ਦੂਰ ਦੂਰ ਭੱਜ ਜਾਂਦੇ ਨੇ। ਕਰਹਿ ਪ੍ਰਹਾਰ ਨ ਲਾਵਹਿ ਦੇਰੇ। ਉਹ ਇਸ ਤਰ੍ਹਾਂ ਵਾਰ ਕਰਦੇ ਨੇ ਨਾਮ ਦਾ ਭਾਵ ਇੰਨੀ ਸਾਧਨਾ ਕਰਦੇ ਨੇ, ਇੰਨੇ ਧਿਆਨ ਨਾਲ ਨਾਮ ਜਪਦੇ ਨੇ ਕਿ ਉਹ ਬਿਨਾਂ ਦੇਰੀ ਤੋਂ ਇਹ ਵਿਕਾਰ ਭੱਜ ਜਾਂਦੇ ਨੇ। ਨਿਤ ਪ੍ਰਤ ਛੇਦਹਿ ਸਨਮੁਖ ਹੋਈ। ਇਹ ਸੰਤ ਜਨ ਨਿਤਾ ਪ੍ਰਤੀ ਇਹਨਾਂ ਵਿਕਾਰਾਂ ਨੂੰ ਛੇਦਦੇ ਨੇ, ਨਿਤਾ ਪ੍ਰਤੀ ਇਹਨਾਂ 'ਤੇ ਵਾਰ ਕਰਦੇ ਨੇ। ਉਹਨਾਂ ਦਾ ਇੱਕ ਵਾਰ ਕਰਨ ਦਾ ਪ੍ਰਯੋਜਨ ਹੈ ਕਿ ਸਰੀਰਕ ਤੌਰ 'ਤੇ ਕਿਸੇ ਨੂੰ ਮਾਰਨਾ ਤੇ ਸ਼ਾਇਦ ਇੱਕ ਦੋ ਵਾਰ ਹੀ ਲੱਗਦੇ ਨੇ, ਪਰ ਮਾਨਸਿਕ ਤੌਰ 'ਤੇ ਅਗਿਆਨ ਨੂੰ ਮਿਟਣ ਵਾਸਤੇ ਰੋਜ਼ ਰੋਜ਼ ਅਭਿਆਸ ਕਰਨਾ ਪੈਂਦਾ। ਉਹ ਸੰਤ ਜਨ ਰੋਜ਼ ਰੋਜ਼ ਵਿਕਾਰਾਂ ਨੂੰ ਦੂਰ ਭਜਾਉਂਦੇ ਨੇ। ਸੂਰਨ ਕੀ ਵਿਦਿਆ ਹੈ ਸੋਈ। ਇਹ ਸੂਰਮਿਆਂ ਦੀ ਵਿਦਿਆ ਹੈ। ਨਿਤਾ ਪ੍ਰਤੀ ਅਭਿਆਸ ਕਰਨਾ। ਸੂਰਮਾ ਉਹ ਜਿਹੜਾ ਆਪਣਾ ਅਭਿਆਸ ਨਹੀਂ ਛੱਡਦਾ, ਹਰ ਵੇਲੇ ਸ਼ਸਤਰ ਦਾ ਅਭਿਆਸ ਕਰਦਾ ਹੈ, ਉਹੀ ਸੂਰਮਾ ਹੈ। ਬਿਨ ਅਭਿਆਸ ਵਿਦਿਆ, ਬਿਨ ਅਭਿਆਸ ਵਿਦਿਆ ਗਰਲ। ਵਿਖ ਵਿਦਿਆ ਅਭਿਆਸ ਬਿਨ ਭੋਜਨ ਗਰਲ ਅਘਾਏ। ਕਿਆ ਹੈ ਨਾ ਸ਼ਾਸਤਰ ਕਰਤਿਆਂ ਨੇ ਕਿ ਬਿਨਾਂ ਅਭਿਆਸ ਤੋਂ ਵਿਦਿਆ ਜ਼ਹਿਰ ਦੀ ਨਿਆਈ ਹੈ। ਅਗਰ ਨਾਮ ਨਹੀਂ ਜਪਦੇ ਹਾਂ, ਨਾਮ ਦੀ ਵਰਤੋਂ ਨਹੀਂ ਕਰਦੇ ਹਾਂ, ਤਾਂ ਅਸੀਂ ਪੜ੍ਹੇ ਹੋਏ ਸ਼ਾਸਤਰ, ਪੜ੍ਹੀ ਹੋਈ ਬਾਣੀ ਇੱਕ ਹਿਸਾਬ ਦਾ ਜ਼ਹਿਰ ਹੀ ਇਕੱਤਰ ਕਰਦੇ ਪਏ ਹਾਂ। ਕਿਉਂ? ਬਾਣੀ ਤਾਂ ਸਫਲੀ ਹੈ, ਬਾਣੀ ਤਾਂ ਅਸਰਦਾਇਤਵ ਹੈ, ਪਰ ਅਸੀਂ ਬਾਣੀ ਨੂੰ ਦੁਰਵਰਤੋਂ ਵਿੱਚ ਲੈ ਜਾਂਦੇ ਹਾਂ। ਉਹ ਅਸੀਂ ਲੋਕਾਂ 'ਤੇ ਉਪਦੇਸ਼ ਕਰਨ ਵਿੱਚ ਲੈ ਜਾਂਦੇ ਹਾਂ। ਇੱਕ ਤਾਂ ਸਾਡੇ ਪੱਲੇ ਪਹਿਲਾਂ ਕੁਝ ਨਹੀਂ ਹੁੰਦਾ, ਉਲਟਾ ਅਸੀਂ ਉਪਦੇਸ਼ ਦੇ ਦੇ ਕੇ ਹੋਰ ਖੁਸ਼ੀ ਹੋ ਜਾਂਦੇ ਹਾਂ। ਇਸ ਵਾਸਤੇ ਅਭਿਆਸ ਕਰਨਾ ਜ਼ਰੂਰੀ ਹੈ ਔਰ ਅਭਿਆਸ ਆਪਣੇ ਵਾਸਤੇ ਕਰਨਾ ਹੈ। ਪੁਨ ਇੱਕ ਔਰ ਸੁਣੋ ਦ੍ਰਿਸ਼ਟਾਂਤਾ। ਇੱਕ ਹੋਰ ਦ੍ਰਿਸ਼ਟਾਂਤ ਸਤਿਗੁਰੂ ਕਹਿਣ ਲੱਗੇ ਸੁਣੋ। ਜਿਸ ਪ੍ਰਕਾਰ ਤੁਮ ਹੋਏ ਨਾ ਸ਼ਾਂਤਾ। ਜਿਸ ਤਰ੍ਹਾਂ ਤੁਹਾਡੇ ਮਨ ਅੰਦਰ ਸ਼ਾਂਤੀ ਨਹੀਂ ਹੋ ਰਹੀ ਹੈ, ਤੁਹਾਡਾ ਮਨ ਇਕਾਗਰ ਨਹੀਂ ਹੋ ਰਿਹਾ, ਉਹ ਤੁਸੀਂ ਧਿਆਨ ਨਾਲ ਸੁਣੋ। ਸ਼ਾਸਤਰ ਜਿਤੇ ਸੋ ਸ਼ਸਤਰ ਸਮਾਨਾ। ਜਿੰਨੇ ਸ਼ਾਸਤਰ ਹੈ ਨਾ, ਧਾਰਮਿਕ ਗ੍ਰੰਥ ਹੈ, ਸੰਤ ਜਨਾਂ ਦੀ ਬਾਣੀ ਹੈ, ਇਹ ਤਾਂ ਸ਼ਸਤਰਾਂ ਦੀ ਤਰ੍ਹਾਂ ਹੈ। ਜਿਵੇਂ ਤਲਵਾਰਾਂ ਨੇ, ਜਿਵੇਂ ਤੇਗੇ ਨੇ, ਖੰਡਾ ਹੈ, ਸੈਫ ਸਰੋਹੀ, ਸਹਿਥੀ ਇਤਿਆਦਿ ਹੈ। ਸ਼ਾਸਤਰ ਜਿਹੜੇ ਹੈ ਇਹ ਹੈ ਸ਼ਾਸਤਰ, ਧਾਰਮਿਕ ਗ੍ਰੰਥ, ਇਹ ਸਾਰੇ ਸ਼ਸਤਰਾਂ ਦੀ ਤਰ੍ਹਾਂ ਨੇ। ਮਨ ਰੂਪੀ ਵੱਢ ਕੇ ਹਰ ਜਾਨਾ। ਤੇ ਮਨ ਇਹ ਵੱਡੇ ਸ਼ੇਰ ਦੀ ਤਰ੍ਹਾਂ ਹੈ। ਕਿਹੜੀ ਸ਼ੇਰ ਤਰ੍ਹਾਂ ਹੈ?
ਜੇ ਮਾਰਹਿ ਤਿਨ ਨਿਕ ਸਹਿ ਨਾਮੁ। ਜੋ ਕੋਈ ਆਦਮੀ ਇਹ ਮਨ ਨੂੰ ਮਾਰ ਦਿੰਦਾ ਹੈ, ਉਹਦਾ ਨਾਮ ਫੈਲ ਜਾਂਦਾ ਹੈ, ਉਹਦੀ ਵਡਿਆਈ ਹੁੰਦੀ ਹੈ, ਉਹਦਾ ਨਾਮ ਪ੍ਰਚਲਿਤ ਹੋ ਜਾਂਦਾ ਹੈ, ਬਈ ਇਹਨੇ ਮਨ ਨੂੰ ਮਾਰਿਆ ਹੈ। ਬੜੋ ਸ਼ਸਤਰ ਧਾਰੀ ਅਭਿਰਮ। ਜਿਵੇਂ ਕੋਈ ਸ਼ੇਰ ਨੂੰ ਮਾਰਦਾ ਤੇ ਉਹਦੀ ਵਡਿਆਈ 4 ਦਿਸ਼ਾਵਾਂ ਵਿੱਚ ਫੈਲ ਜਾਂਦੀ ਹੈ, ਇਸ ਤਰ੍ਹਾਂ ਕੋਈ ਮਨ ਨੂੰ ਮਾਰੇ ਉਹਦੀ ਵਡਿਆਈ ਵੀ ਇਸੇ ਤਰ੍ਹਾਂ ਫੈਲ ਜਾਂਦੀ ਹੈ। ਉਹਨੂੰ ਵੀ ਕਹਿੰਦੇ ਵੀ ਇਹ ਵੱਡਾ ਸੂਰਮਾ ਹੈ, ਇਹ ਤਾਂ ਸ਼ਸਤਰ ਧਾਰੀ ਹੈ, ਏਡਾ ਸੁੰਦਰ ਅਭਿਆਸੀ ਹੈ। ਤਾਂ ਇਹ ਮਨ ਨੂੰ ਮਾਰਨ ਵਾਲੇ ਨੂੰ ਪ੍ਰਭਤਾ ਹਾਸਲ ਹੁੰਦੀ ਹੈ। ਕਵਿਅਨ ਜੇਤੇ ਸ਼ਸਤਰ ਬਣਾਏ। ਤਾਂ ਜਿਹੜੇ ਕਵੀ ਲੋਕ ਹੈ ਉਹਨਾਂ ਨੇ ਇਹ ਸ਼ਾਸਤਰ ਬਣਾਏ ਨੇ। ਭਾਵ ਇਹ ਧਾਰਮਿਕ ਗ੍ਰੰਥ ਜਿਹਨੇ ਰਚੇ ਹੈ, ਕਵੀਆਂ ਨੇ ਰਚੇ ਨੇ, ਕਵਿਤਾ ਲਿਖ ਲਿਖ ਕੇ ਪ੍ਰਭੂ ਦੇ ਗੁਣ ਗਾਏ ਨੇ। ਕੜਹਿ ਲੋਹਾਰ ਸਮਾਨ ਸਦਾਏ। ਉਹ ਤਾਂ ਲੋਹਾਰ ਲੋਕ ਜਿਹੜੇ ਹੈ, ਜਿਵੇਂ ਜਿਹੜੇ ਹੁੰਦੇ ਹੈ ਇੱਧਰ ਹਜ਼ੂਰ ਸਾਹਿਬ ਵੱਲ ਇਹ ਸਿਕਲੀਗਰ ਹੁੰਦੇ ਨੇ, ਉਹ ਹਥਿਆਰ ਸ਼ਸਤਰਾਂ ਨੂੰ ਬਣਾਉਣ ਦਾ ਕੰਮ ਕਰਦੇ ਨੇ। ਜਿਹੜੇ ਕਵੀ ਆ ਉਹ ਸਿਕਲੀਗਰਾਂ ਦੀ ਤਰ੍ਹਾਂ, ਤੇ ਜਿਹੜੇ ਲੋਹਾਰ ਹੁੰਦੇ ਆ ਉਹ ਹੈ ਲੋਹੇ ਨੂੰ ਘੜਨ ਵਾਲੇ। ਸਿਕਲੀਗਰ ਕਹੋ, ਲੋਹਾਰ ਕਹੋ, ਇੱਕ ਹੀ ਗੱਲ ਹੈ। ਕਵੀ ਹੈ ਲੋਹਾਰ ਦੀ ਤਰ੍ਹਾਂ, ਉਹ ਜਿਵੇਂ ਲੋਹਾ ਘੜਦਾ ਹੈ ਲੋਹਾਰ, ਸਿਕਲੀਗਰ ਜਿਵੇਂ ਸ਼ਸਤਰ ਬਣਾਉਂਦਾ ਹੈ, ਇਵੇਂ ਕਵੀ ਸ਼ਾਸਤਰ ਬਣਾਉਂਦੇ ਨੇ। ਜੇ ਪੰਡਿਤ ਤਿਨ ਟੀਕਾਕਾਰਾ। ਜਿਹੜੇ ਪੰਡਿਤ ਲੋਕ ਹੈ ਉਹ ਸ਼ਾਸਤਰਾਂ ਦਾ ਟੀਕਾ ਕਰਦੇ ਨੇ, ਅਰਥ ਬੋਧ ਕਰਦੇ ਨੇ, ਅਰਥ ਲਿਖਦੇ ਨੇ। ਸਿਕਲੀਗਰ ਸੇ ਲਿਹੋ ਵਿਚਾਰਾ। ਉਹ ਸਿਕਲੀਗਰ ਦੀ ਤਰ੍ਹਾਂ ਹੈ। ਸਿਕਲੀਗਰ ਜੋ ਹੈ ਸ਼ਸਤਰਾਂ ਨੂੰ ਮੁਰੰਮਤ ਕਰਦੇ ਨੇ, ਸ਼ਸਤਰਾਂ ਨੂੰ ਚੰਗੇ ਤਰੀਕੇ ਨਾਲ ਬਣਾਉਂਦੇ ਨੇ, ਤਾਂ ਉਹ ਸਿਕਲੀਗਰ ਦੀ ਤਰ੍ਹਾਂ ਹੈ। ਲੋਹਾਰ ਦੀ ਤਰ੍ਹਾਂ ਨੇ ਕਵੀ, ਤੇ ਪੰਡਿਤ ਜੋ ਸਿਕਲੀਗਰ ਦੀ ਤਰ੍ਹਾਂ ਹੈ। ਜਿਨ ਪੜ੍ਹ ਸੁਣ ਕੇ ਮਨ ਕਾ ਮਾਰਨ। ਜਿਨ੍ਹਾਂ ਨੇ ਪੜ੍ਹ ਸੁਣ ਕੇ ਮਨ ਨੂੰ ਮਾਰ ਲਿਆ ਹੈ, ਸੋ ਜੋਧਾ ਹਨ ਤੇ ਹਥਿਆਰਨ। ਉਹ ਹੈ ਸੂਰਮੇ, ਉਹ ਹੀ ਹੈ ਯੋਧੇ ਜੋ ਇਹਨਾਂ ਸ਼ਸਤਰਾਂ ਨੂੰ, ਭਾਵ ਸ਼ਾਸਤਰਾਂ ਦੁਆਰਾ ਆਪਦੇ ਮਨ ਨੂੰ ਮਾਰ ਦਿੰਦੇ ਨੇ, ਉਹੀ ਸੂਰਮੇ ਨੇ। ਪੜ੍ਹੇ ਜੀਵ ਕਾ ਕਾਰਨ। ਜੋ ਆਦਮੀ ਪੜ੍ਹਦੇ ਆ ਰੋਜੀ ਰੋਟੀ ਕਾਰਨ, ਜਿਵੇਂ ਕੋਈ ਪਾਠੀ ਹੁੰਦੇ ਹੈ, ਜਿਵੇਂ ਕੋਈ ਆਪਦੀ ਰੋਜੀ ਰੋਟੀ ਖਾਤਰ ਧਾਰਮਿਕ ਪ੍ਰਚਾਰਕ ਬਣ ਜਾਂਦੇ ਨੇ, ਕੋਈ ਰਾਗੀ ਬਣ ਜਾਂਦਾ। ਤਾਂ ਜਿਹੜੇ ਜੀਵਕਾ ਖਾਤਰ ਇਹ ਪੜ੍ਹਦੇ ਲਿਖਦੇ ਨੇ, ਉਹਨਾਂ ਦੀ ਹਾਲਤ ਕਿਹੋ ਜਿਹੀ ਹੈ। ਵੇਚਨਹਾਰ ਸ਼ਸਤਰ ਸਮਸੋ। ਜਿਵੇਂ ਸਿਕਲੀਗਰ ਸ਼ਸਤਰ ਵੇਚਦੇ ਨੇ, ਇੱਦਾਂ ਹੀ ਉਹ ਵੇਚਨਹਾਰੇ ਹੈ। ਉਹ ਬਾਣੀ ਨੂੰ ਵੇਚਦੇ ਨੇ, ਪ੍ਰਭੂ ਦੇ ਗੁਣਾਂ ਨੂੰ ਵੇਚਦੇ ਨੇ। ਸ਼ੇਰ ਰੂਪ ਮਨ ਜਿਸ ਨੇ ਮਾਰਾ। ਜਿਸ ਨੇ ਸ਼ੇਰ ਰੂਪੀ ਮਨ ਨੂੰ ਮਾਰਿਆ ਹੈ, ਵਿਥਰੈ ਨਾਮ ਤਾਹੇ ਦਿਸ਼ ਚਾਰਾ। ਉਹਦਾ ਨਾਮ ਚਾਰੇ ਦਿਸ਼ਾਵਾਂ ਵਿੱਚ ਫੈਲ ਜਾਂਦਾ ਹੈ। ਸ਼ਸਤਰ ਧਾਰ ਕਹਿਵਾਵਤ ਸੋ। ਉਹਨੂੰ ਹੀ ਸ਼ਸਤਰ ਧਾਰੀ ਕਿਹਾ ਜਾਂਦਾ। ਉਹੀ ਉਹ ਸਿਆਣਾ ਹੈ, ਉਹੀ ਉਹ ਮਹਾਨ ਸੰਤ ਹੈ, ਉਹੀ ਉਹ ਸੂਰਮਾ ਹੈ। ਕੂਰੇ ਨਾਮ ਅਪਰ ਸਭ ਕੋ। ਬਾਕੀ ਸਾਰੇ ਨਾਮ ਝੂਠੇ ਨੇ। ਬਾਕੀ ਕੋਈ ਵੀ ਆਪਦੇ ਆਪ ਨੂੰ ਸਾਧੂ ਕਹਾਏ, ਕੁਝ ਵੀ ਕਹਾਏ, ਅਗਰ ਮਨ ਦਾ ਜੇਤੂ ਨਹੀਂ ਤੇ ਕੁਝ ਵੀ ਪੱਲੇ ਨਹੀਂ ਹੈ। ਇਸ ਪ੍ਰਕਾਰ ਸੁਣ ਕਰ ਬਚ ਰਾਸੀ। ਇੱਦਾਂ ਦੇ ਸਤਿਗੁਰਾਂ ਦੇ ਖਜ਼ਾਨੇ ਰੂਪ ਬਚਨਾਂ ਨੂੰ ਸੁਣ ਕੇ ਬੋਲੇ ਬਹੁਰ ਕੁਸ਼ਲ ਸਿਜੇ ਕਾਂਸ਼ੀ। ਇਹ ਜਿਹੜੇ ਕਾਂਸ਼ੀ ਦੇ ਵਿਦਵਾਨ ਪੰਡਿਤ ਸਨ, ਬੜੇ ਕੁਸ਼ਲ ਸਨ, ਵਿਦਿਆ ਵਿੱਚ ਨਿਪੁੰਨ ਸੀ, ਉਹ ਬੋਲੇ ਨੇ। ਇਹ ਸ਼ਿਵਪੁਰ ਮੈਂ ਜੋ ਮ੍ਰਿਤ ਪਾਵਤ। ਐ ਸਤਿਗੁਰੂ ਜੀ, ਇਹ ਸ਼ਿਵ ਦੀ ਪੁਰੀ ਹੈ। ਕਾਂਸ਼ੀ ਨੂੰ ਸ਼ਿਵਪੁਰੀ ਕਿਹਾ ਹੈ। ਇਹ ਸ਼ਿਵਪੁਰੀ ਵਿੱਚ ਜੋ ਵੀ ਕੋਈ ਆਦਮੀ ਅੰਤਲੇ ਵੇਲੇ ਮ੍ਰਿਤਿੂ ਹਾਸਲ ਕਰਦਾ ਹੈ, ਮੁਕਤ ਹੋਤ ਸਭ ਦੋਖ ਮਿਟਾਵਤ। ਉਹਦੀ ਮੁਕਤੀ ਹੋ ਜਾਂਦੀ ਹੈ, ਮੁਕਤ ਹੋ ਜਾਂਦਾ ਉਸ ਸਿਵਾਏ ਬਿਨਾਂ ਕਿਸੇ ਸੰਸ਼ੇ ਦੇ।
ਇਹ ਸ਼ਿਵ ਦੀ ਨਗਰੀ ਹੋਣ ਕਰਕੇ ਇੱਥੇ ਮੁਕਤੀ ਮਿਲ ਜਾਂਦੀ ਹੈ। ਸ਼ਾਸਤਰ ਵਿਖੈ ਮਹਾਤਮ ਕਹਾ, ਵੱਡੇ ਵੱਡੇ ਸ਼ਾਸਤਰਾਂ ਵਿੱਚ ਸ਼ਿਵ ਨਗਰੀ ਦਾ, ਕਾਂਸ਼ੀ ਬਨਾਰਸ ਦਾ ਬੜਾ ਮਹਾਤਮ ਕਿਹਾ ਹੈ। ਮ੍ਰਿਤ ਹੋਏ ਜਾਵੇ ਸ਼ਿਵ ਜਹਾਂ, ਉਹ ਆਦਮੀ ਮਰ ਕੇ ਸ਼ਿਵ ਨਗਰੀ ਵਿੱਚ ਚਲਾ ਜਾਂਦਾ ਹੈ। ਜਾਂ ਤੇ ਮਹਿਮਾ ਇਹ ਥਲ ਕੇਰੀ, ਇਸ ਕਰਕੇ ਇਹ ਜਗ੍ਹਾ ਦੀ ਵੱਡੀ ਮਹਿਮਾ ਹੈ। ਇਹ ਜਗ੍ਹਾ ਬੜੀ ਪ੍ਰਭਾਵਸ਼ਾਲੀ ਹੈ। ਸਭ ਹਿਣ ਤੇ ਉੱਤਮ ਹਮ ਹੇਰੀ, ਅਸੀਂ ਇਹ ਜਗ੍ਹਾ ਨੂੰ ਸਾਰੀਆਂ ਜਗ੍ਹਾਵਾਂ ਨਾਲੋਂ ਉੱਚੀ ਮੰਨਿਆ ਹੈ, ਸ੍ਰੇਸ਼ਟ ਮੰਨਿਆ ਹੈ। ਦੋਹਰਾ ਜਗ ਗੁਰ ਬੋਲੇ ਬਚਨ ਪੁੰਨ, ਮ੍ਰਿਤ ਸਮਾਂ ਜਬ ਆਏ। ਗੁਰਦੇਵ ਜੀ ਬੋਲੇ ਨੇ ਕਿ ਭਾਈ ਸੁਣੋ ਧਿਆਨ ਨਾਲ, ਜਦੋਂ ਮੌਤ ਦਾ ਸਮਾਂ ਆ ਜਾਂਦਾ ਹੈ ਨਾ, ਰਾਮ ਨਾਮ ਉਪਦੇਸ਼ ਸ਼ਰੁਤ, ਦੇਤ ਪਿਨਾਕੀ ਗਾਏ। ਗੁਰਦੇਵ ਕਹਿਣ ਲੱਗੇ ਉਸ ਵੇਲੇ ਅੰਤਲੇ ਵੇਲੇ ਨਾਮ ਦਾ ਉਪਦੇਸ਼ ਦੇ ਦਿੰਦੇ ਆ ਭਗਵਾਨ ਸ਼ਿਵ। ਇਸ ਕਰਕੇ ਨਾਮ ਦੀ ਮਹਿਮਾ ਹੈ। ਇਸ ਨਗਰੀ ਦੀ ਮਹਿਮਾ ਇਸ ਕਰਕੇ ਹੈ ਕਿਉਂਕਿ ਭਗਵਾਨ ਸ਼ਿਵ ਇੱਥੇ ਵਸਦੇ ਨੇ ਔਰ ਅੰਤਲੇ ਵੇਲੇ ਉਹਨਾਂ ਨੂੰ, ਇੱਥੋਂ ਦੇ ਰਹਿਣ ਵਾਲੇ ਲੋਕਾਂ ਨੂੰ ਨਾਮ ਅਖੀਰਲੇ ਵੇਲੇ ਸੁਣਾ ਦਿੰਦੇ ਨੇ। ਜਿਵੇਂ ਕਬੀਰ ਜੀ ਨੇ ਕਿਹਾ ਹੈ, ਜਿਉਂ ਕਾਂਸੀ ਉਪਦੇਸ਼ ਹੋਏ ਮਾਨ ਸਮਰਤੀ ਬਾਰ। ਸੋ ਜਿਵੇਂ ਕਾਂਸ਼ੀ ਵਿਖੇ ਅੰਤਲੇ ਵੇਲੇ ਉਪਦੇਸ਼ ਹੁੰਦਾ ਹੈ ਮਰਦਿਆਂ, ਤਾਂ ਇਹ ਸ਼ਿਵ ਜੀ ਨਾਮ ਨੂੰ ਗਾਉਂਦੇ ਨੇ। ਨਾਮ ਦੇ ਕਰਕੇ ਜੀਵ ਦੀ ਮੁਕਤੀ ਹੁੰਦੀ ਹੈ। ਚਉਪਈ ਜਾਂ ਤੇ ਮੋਖ ਹੋਤ ਇਹ ਥਾਈ, ਇਸ ਕਰਕੇ ਮੁਕਤੀ ਇਸ ਜਗ੍ਹਾ ਤੇ ਹੁੰਦੀ ਹੈ ਕਿਉਂਕਿ ਇਸ ਜਗ੍ਹਾ ਤੇ ਨਾਮ ਜਪਿਆ ਜਾਂਦਾ ਹੈ। ਇਸ ਜਗ੍ਹਾ ਤੇ ਭਗਵਾਨ ਸ਼ਿਵ ਨਾਮ ਉਹਨਾਂ ਲੋਕਾਂ ਦੇ ਕੰਨਾਂ ਵਿੱਚ ਸੁਣਾ ਦਿੰਦੇ ਨੇ। ਜਿਸ ਦਾ ਵੀ ਧਿਆਨ ਨਾਮ ਵਿੱਚ ਜੁੜ ਜਾਂਦਾ ਮੁਕਤ ਹੋ ਜਾਂਦਾ ਹੈ। ਤੇ ਦੂਸਰੇ ਬੰਨੇ ਕਬੀਰ ਜੀ ਨੇ ਇਹ ਵੀ ਗੱਲ ਕਹੀ ਹੈ, ਮਨੋਹ ਕਠੋਰ ਮਰਹਿ ਬਾਨਾਰਸ, ਨਰਕ ਨਾ ਬੰਛਿਆ ਜਾਈ। ਹਰ ਕਾ ਸੈਨ ਮਰੈ ਹਾਰੰਭੈ, ਤਾਂ ਸਗਲੀ ਸੈਨ ਤਰਾਈ। ਜੇ ਮਨ ਕਰਕੇ ਕਠੋਰ ਕੋਈ ਆਦਮੀ ਹੈ ਜਿਹਦਾ ਮਨ ਪਰਮਾਤਮਾ ਦੇ ਨਾਮ ਵਿੱਚ ਨਹੀਂ ਭਿੱਜਦਾ, ਫਿਰ ਭਾਵੇਂ ਬਨਾਰਸ ਵੀ ਕਿਉਂ ਨਾ ਮਰ ਜਾਏ, ਨਹੀਂ ਮੁਕਤੀ ਮਿਲਦੀ ਹੈ। ਪਰ ਮਨ ਸਾਫ਼ ਹੈ, ਮਨ ਸਰਲ ਹੈ, ਸੰਤ ਜਨ ਹੈ, ਉਹ ਫਿਰ ਭਾਵੇਂ ਜਿੱਥੇ ਮਰਜ਼ੀ ਸਰੀਰ ਤਿਆਗੇ, ਆਪ ਵੀ ਮੁਕਤ ਹੁੰਦਾ, ਹੋਰਨਾਂ ਨੂੰ ਮੁਕਤ ਕਰਾ ਦਿੰਦਾ। ਲਖ ਹੋ ਨਾਮ ਮਹਿਮਾ ਅਧਿਕਾਈ, ਇਹ ਨਾਮ ਦੀ ਮਹਿਮਾ ਹੈ ਸਭ ਤੋਂ ਵੱਡੀ। ਬਾਕੀ ਸਭ ਗੱਲਾਂ ਨੇ, ਕਿਸੇ ਜਗ੍ਹਾ ਦਾ ਕੋਈ ਪ੍ਰਤਾਪ ਨਹੀਂ ਹੈ। ਪ੍ਰਤਾਪ ਹੈ ਨਾਮ ਦਾ। ਜਿਸ ਜਗ੍ਹਾ ਤੇ ਨਾਮ ਜਪਿਆ ਜਾਂਦਾ ਉਹ ਜਗ੍ਹਾ ਪ੍ਰਭਾਵਸ਼ਾਲੀ ਹੋ ਜਾਂਦੀ ਹੈ। ਉਸ ਜਗ੍ਹਾ ਦੀਆਂ ਤਰੰਗਾਂ ਪ੍ਰਭਾਵਿਤ ਕਰਦੀਆਂ ਨੇ ਕਿਸੇ ਨੂੰ। ਕਿਤੇ ਆਦੇਸ਼ ਹੋਵੇ ਥਲ ਕੋਈ, ਫਿਰ ਭਾਵੇਂ ਕੋਈ ਜਗ੍ਹਾ ਹੋਏ, ਕਿਤੇ ਦੇਸ਼ ਵਿੱਚ ਚਲੇ ਜਾਏ, ਨਾਮ ਹਿਰਦੈ ਗਤ ਪ੍ਰਾਪਤ ਹੋਈ। ਜੋ ਨਾਮ ਜਪਦਾ ਕਿਤੇ ਵੀ ਚਲੇ ਜਾਏ, ਜਿਹਦੇ ਨਾਮ ਹਿਰਦੇ ਵਿੱਚ ਟਿਕ ਗਿਆ, ਉਹਦੀ ਮੁਕਤੀ ਸੌਖੈਨ ਹੀ ਹੋ ਜਾਂਦੀ ਹੈ। ਜਿਉਂ ਕਬੀਰ ਕਾਂਸ਼ੀ ਥਲ ਤਿਆਗਾ, ਜਿਵੇਂ ਕਬੀਰ ਜੀ ਨੇ ਅੰਤਲੇ ਵੇਲੇ ਕਾਂਸ਼ੀ ਨੂੰ ਤਿਆਗ ਦਿੱਤਾ ਸੀ। ਕਾਂਸੀ ਤਿਆਗ ਕੇ ਮਗ ਮੈਂ ਬਸਾ ਨਾਮ ਅਨੁਰਾਗਾ, ਫਿਰ ਮਗਹਰ ਚਲਾ ਗਏ ਸੀ ਭਗਤ ਕਬੀਰ ਸਾਹਿਬ ਜੀ। ਮਗਹਰ ਦੀ ਧਰਤੀ ਵਿਖੇ ਚਲੇ ਗਏ ਸੀ। ਉੱਥੇ ਜਾ ਕੇ ਨਾਮ ਦੇ ਵਿੱਚ ਮਸਤ ਰਹੇ ਤੇ ਉਹ ਨਾਮ ਦੇ ਪ੍ਰਤਾਪ ਦੁਆਰਾ ਸਤਸੰਗ ਹੋਵੇ ਰਹੀ ਤਹਾਂ ਹੀ, ਉੱਥੇ ਵੀ ਸਾਧ ਸੰਗਤ ਕਰਦੇ ਰਹੇ, ਨਾਮ ਜਪਦੇ ਜਪਾਉਂਦੇ ਰਹੇ। ਭਏ ਮੋਖ ਤਜ ਦੇਹ ਉਹਾਂ ਹੀ, ਕਬੀਰ ਜੀ ਨੇ ਮਗਹਰ ਦੀ ਜਗ੍ਹਾ ਤੇ ਤਨ ਤਿਆਗਿਆ, ਉੱਥੇ ਹੀ ਮੁਕਤੀ ਪ੍ਰਾਪਤ ਹੋ ਗਈ। ਜਾਨੋ ਏਕ ਮੋਖ ਕੋ ਦਾਤਾ, ਇਹ ਜਾਣ ਲਓ ਕਿ ਮੁਕਤੀ ਦਾ ਦਾਤਾ ਇੱਕ ਹੀ ਹੈ, ਰਾਮ ਜੋ ਦਾਤਾ। ਸੰਤ ਜਪਾਵੈ ਨਾਮ, ਕਿਹਾ ਨਾ ਕਬੀਰ ਜੀ ਨੇ कि कबीर सेवा को दोए पले, एक संत एक राम, राम जो दाता मुक्त का, संत जपावे नाम। राम मुक्ति का दाता है, संत नाम जपाਉਂਦਾ है, दोनों पूजने योग है। कबीर जी ने जीवन भर नाम जपिया, संत जना की सेवा की है। ये जान लो मुक्ति का दाता प्रभु ही है। सतनाम सब जग बख्याता, वो सच्चा नाम है। कीर्तन नाम कथे तेरी जिहवा, सत नाम तेरा परा पूर्व। सच्चा नाम जो जपदा है वो जगत विच निर्लेप हो के प्रभु दे गुण गाउंदा गाउंदा मुक्त हो जाता है। और किसू ते मोख न होई, होर किसे द्वारा मुक्ति नहीं मिल सकती है।
ਕੋਟ ਉਪਾਉ ਕਰੇ ਜੇ ਕੋਈ ਲੱਖਾਂ ਉਪਾਉ ਕਰੇ, ਤਰ੍ਹਾਂ ਤਰ੍ਹਾਂ ਦੀਆਂ ਜੁਗਤੀਆਂ ਵਰਤੇ, ਮੁਕਤੀ ਨਹੀਂ ਮਿਲ ਸਕਦੀ। ਦੋਹਰਾ ਸੁਨ ਕਰ ਪੰਡਿਤ ਕਹਿਤ ਭੇ, ਹੈ ਅਨੇਕ ਹਰਿ ਨਾਮ। ਸੁਣ ਕੇ ਪੰਡਿਤ ਕਹਿਣ ਲੱਗੇ, ਮਹਾਰਾਜ ਪ੍ਰਭੂ ਦੇ ਨਾਮ ਤਾਂ ਅਨੇਕਾਂ ਨੇ, ਕੌਣ ਨਾਮ ਹੈ ਮੁਕਤ ਦਾ, ਸੋ ਕਹੀਏ ਅਭਿਰਾਮ। ਫਿਰ ਕਿਹੜਾ ਨਾਮ ਜਪਣੇ ਯੋਗ ਹੈ, ਕਿਹੜੇ ਨਾਮ ਜਪਣੇ ਦੁਆਰਾ ਮੁਕਤੀ ਮਿਲਦੀ ਹੈ, ਤੁਸੀਂ ਦੱਸੋ ਮਹਾਰਾਜ। ਚੌਪਈ ਸ਼੍ਰੀ ਨਾਨਕ ਪੁਨ ਬੈਨ ਉਚਾਰੇ। ਤਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਕਿਹਾ, ਜੋ ਨੌਕਾ ਸਭ ਪਾਰ ਉਤਾਰੇ, ਜਿਹੜੀ ਬੇੜੀ ਸਭਨਾਂ ਨੂੰ ਪਾਰ ਉਤਾਰ ਦੇ, ਪੁਨ ਜਿਸ ਨੌਕਾ ਪਰ ਚੜ੍ਹ ਕੋ। ਇੱਕ ਤਾਂ ਹੈ ਬੇੜੀ ਸਭਨਾਂ ਨੂੰ ਪਾਰ ਉਤਾਰ ਕਰ ਦਿੰਦੀ ਹੈ, ਇੱਕ ਬੇੜੀ ਹੈ, ਹੁਣ ਅਸੀਂ ਇੱਕ ਬੇੜੀ ਤੇ ਬੈਠੇ ਹਾਂ, ਹੁਣ ਜਿਹੜੀ ਬੇੜੀ ਤੇ ਅਸੀਂ ਬੈਠੇ ਹਾਂ ਉਹ ਪਾਰ ਉਤਾਰਾ ਵੀ ਸਾਡੀ ਉਹ ਬੇੜੀ ਕਰੇਗੀ। ਇੱਦਾਂ ਤੇ ਨਹੀਂ ਹੈ ਕਿ ਅਸੀਂ ਬੇੜੀ ਇਸ ਤੇ ਬੈਠੇ ਹਾਂ ਤੇ ਇੱਕ ਬੇੜੀ ਉੱਥੇ ਵੱਜੀ ਪਈ ਹੈ, ਜਾਂ ਉਹ ਹੋਰ ਕਿਸੇ ਦਿਸ਼ਾ ਨੂੰ ਜਾ ਰਹੀ ਹੈ, ਜਾਂ ਥੋੜ੍ਹੀ ਸਾਡੇ ਤੋਂ ਦੂਰ ਜਾ ਰਹੀ ਹੈ ਤੇ ਅਸੀਂ ਸੋਚੀਏ ਵੀ ਅਸੀਂ ਉਹ ਬੇੜੀ ਦੁਆਰਾ ਪਾਰ ਹੋਵਾਂਗੇ। ਇਹਦਾ ਤੇ ਨਹੀਂ ਹੈ। ਜੇ ਇਸ ਬੇੜੀ ਵਿੱਚ ਅਸੀਂ ਬੈਠੇ ਹਾਂ, ਮੁਕਤੀ ਤਾਂ ਉਸ ਬੇੜੀ ਦੁਆਰਾ ਹੀ ਹੋਏਗੀ। ਤਾਂ ਉਹ ਬੇੜੀ ਕੀ ਹੈ ਵੀ ਸੁਣੋ, ਤਿਹ ਕੋ ਪਾਰ ਉਤਾਰੈ ਸੋ। ਜਿਵੇਂ ਉਹ ਬੇੜੀ ਬੈਠੇ ਹੋਏ ਯਾਤਰੂ ਨੂੰ ਪਾਰ ਕਰ ਦਿੰਦੀ ਹੈ, ਤਿਸ ਹੀ ਸੰਗ ਤਾਹੇ ਕੋ ਕੰਮ। ਇਸ ਤਰ੍ਹਾਂ ਉਹ ਨਾਮ ਦੀ ਗੱਲ ਵੀ ਇਸੇ ਤਰ੍ਹਾਂ ਹੀ ਹੈ। ਉਤਰੈ ਪਾਰ ਪਾਏ ਸੁਖ ਧਾਮ, ਉਹ ਆਦਮੀ ਮੁਕਤ ਹੋ ਜਾਂਦਾ ਹੈ, ਸੁਖ ਧਾਮ ਨਿਜ ਸਰੂਪ ਨੂੰ ਪਹੁੰਚ ਜਾਂਦਾ ਹੈ। ਕੌਣ? ਤੈਸੇ ਗੁਰ ਜੋ ਨਾਮ ਬਤਾਏ। ਜੋ ਕੋਈ ਆਦਮੀ ਗੁਰੂ ਦੁਆਰਾ ਮੰਤਰ ਲੈਂਦਾ ਹੈ, ਜੋ ਉਹਨੂੰ ਗੁਰੂ ਦੁਆਰਾ ਉਪਦੇਸ਼ ਹੋਇਆ ਹੈ, ਕੋਈ ਆਦਮੀ ਆਪਦੇ ਗੁਰੂ ਦਾ ਨਾਮ ਜਪਦਾ ਹੈ, ਗੁਰੂ ਦੁਆਰਾ ਜੋ ਮੰਤਰ ਮਿਲਿਆ ਉਹਦਾ ਅਭਿਆਸ ਕਰਦਾ ਹੈ, ਇਹ ਹੈ ਇੱਕ ਬੇੜੀ ਤੇ ਸਵਾਰ ਹੋਣਾ। ਤੇ ਕੋਈ ਆਦਮੀ ਆ ਉਹ ਕਦੇ ਕਿਸੇ ਕੋਲੋਂ ਮੰਤਰ ਲੈ ਲਿਆ, ਕਦੇ ਕਿਸੇ ਕੋਲੋਂ ਸਿੱਖਿਆ ਦੀਖਿਆ ਲੈ ਲਈ, ਉਹ ਹੈ ਬਹੁਤੀਆਂ ਬੇੜੀਆਂ ਤੇ ਸਵਾਰ ਹੋਣਾ। ਬਹੁਤੀਆਂ ਬੇੜੀਆਂ ਤੇ ਸਵਾਰ ਹੋ ਕੇ ਪਾਰ ਨਹੀਂ ਹੋਇਆ ਜਾਂਦਾ ਹੈ। ਸੋ ਤਿਹ ਕੋ ਹੋਵਤ ਗਤ ਦਾਏ। ਇੱਕੋ ਬੇੜੀ ਤੋਂ ਪਾਰ ਹੋਇਆ ਜਾ ਸਕਦਾ, ਇੱਕੋ ਗੁਰੂ ਹੀ ਪਾਰ ਕਰ ਸਕਦਾ ਹੈ। ਗੁਰ ਉਪਦੇਸ਼ ਹਿਰਦੈ ਜਿਨ ਧਾਰਾ। ਜਿਨ੍ਹਾਂ ਨੇ ਗੁਰੂ ਦਾ ਉਪਦੇਸ਼ ਹਿਰਦੇ ਵਿੱਚ ਧਾਰ ਲਿਆ, ਸੋ ਭਵ ਸਾਗਰ ਉਤਰਾ ਪਾਰਾ। ਉਹ ਭਵ ਸਾਗਰ ਨੂੰ ਪਾਰ ਕਰ ਗਿਆ। ਇਸ ਪ੍ਰਕਾਰ ਸੁਣ ਕੇ ਸ਼ੁਭ ਬਚਨਾ। ਇੱਦਾਂ ਦੇ ਸਤਿਗੁਰਾਂ ਦੇ ਸ਼ੁਭ ਬਚਨਾਂ ਨੂੰ ਸੁਣ ਕੇ ਪੰਡਿਤ ਬਿਨੈ ਭਨੈ ਸੁਠ ਰਚਨਾ। ਪੰਡਿਤ ਲੋਕ ਬੇਨਤੀਆਂ ਕਰਦੇ ਨੇ, ਮਿੱਠੇ ਮਿੱਠੇ ਬੋਲ ਬੋਲਦੇ ਨੇ। ਦੀਨ ਜਾਨਗਤ ਕੀਜੈ ਹਮਰੀ। ਆਖ ਦੇ ਕਿ ਸਤਿਗੁਰੂ ਆਪ ਜੀ ਅੰਤਰਜਾਮੀ ਹੋ, ਤੁਸੀਂ ਵੀ ਤਾਂ ਪ੍ਰਮਾਤਮਾ ਦਾ ਸਰੂਪ ਹੋ, ਕਿਰਪਾ ਕਰੋ ਸਾਡੀ ਮੁਕਤੀ ਕਰ ਦਿਓ। ਚਰਨ ਸ਼ਰਨ ਗਹਿ ਲੀਨੇ ਤੁਮਰੀ। ਅਸੀਂ ਤੁਹਾਡੀ ਸ਼ਰਨ ਲਈ ਹੋਈ ਹੈ, ਤੁਹਾਡੇ ਚਰਨਾਂ ਦੀ ਸ਼ਰਨ ਪਕੜੀ ਹੈ। ਆਪ ਕਿਰਪਾ ਕਰਕੇ ਸਾਨੂੰ ਮੰਤਰ ਦਿਓ, ਸਾਡੀ ਕਲਿਆਣ ਕਰੋ। ਰਾਵਰ ਸਰਸ ਅਪਰ ਨਹਿ ਕੋਈ। ਤੁਹਾਡੇ ਬਰਾਬਰ ਹੋਰ ਕੋਈ ਨਹੀਂ ਅਸੀਂ ਤੱਕਿਆ ਹੈ। ਸਫਲ ਦਰਸ ਨਿਜ ਘਰ ਦੁੱਖ ਖੋਈ। ਕਿਰਪਾ ਕਰੋ ਆਪ ਦੇ ਦਰਸ਼ਨ ਜੋ ਦੁਰਲੱਭ ਸਾਨੂੰ ਬਖਸ਼ੇ ਹੈ, ਉਹ ਦਰਸ਼ਨਾਂ ਨੂੰ ਹੁਣ ਤੁਸੀਂ ਸਫਲਿਆਂ ਕਰੋ, ਸਾਡੇ ਦੁੱਖਾਂ ਨੂੰ ਖੋਹ ਲਓ। ਸੁਣੀ ਬਿਨੈ ਜਬ ਕਰੁਣਾ ਐਨਾ। ਸੋ ਸਤਿਗੁਰੂ ਜੀ ਨੇ ਉਹਨਾਂ ਦੀ ਐਸੀ ਬੇਨਤੀ ਨੂੰ ਸੁਣਿਆ ਜਦੋਂ, ਕਿਰਪਾ ਦੇ ਘਰ ਮਹਾਰਾਜ ਕੇਵਲ ਦਾ ਉਚਰੇ ਸ਼ੁਭ ਬੈਨਾ। ਮੁਕਤੀ ਦਾਤੇ ਗੁਰੂ ਨਾਨਕ ਦੇਵ ਜੀ ਮੁਖਾਰ ਬਿਨ ਤੋਂ ਬੋਲਦੇ, ਸਤਨਾਮ ਕੋ ਕੀਜੈ ਜਪੁ। ਗੁਰਦੇਵ ਜੀ ਕਹਿੰਦੇ ਸਤਨਾਮ ਵਾਹਿਗੁਰੂ ਦਾ ਨਾਮ ਜਪਿਆ ਕਰੋ ਹਮੇਸ਼ਾ। ਤੁਮਰੇ ਨਾਸਹਿ ਤੀਨੇ ਤਾਪੁ। ਤੁਹਾਡੇ ਤਿੰਨੇ ਤਾਪ ਨਾਸ਼ ਹੋ ਜਾਣਗੇ। ਆਦਿ ਵਿਆਧੀ ਉਪਾਧੀ। ਨਾਉ ਧਰੀਕ ਭਏ ਸਿੱਖ ਸੋਏ। ਉਹ ਫਿਰ ਸਤਿਗੁਰਾਂ ਦੇ ਨਾਉ ਧਰੀਕ, ਨਾਮ ਜਪਣ ਵਾਲੇ, ਨਾਮ ਧਾਰਨ ਵਾਲੇ ਸਿੱਖ ਹੋ ਗਏ। ਗੁਰ ਗੁਰ ਜਾਪ ਜਪਹਿ ਭ੍ਰਮ ਖੋਏ। ਫਿਰ ਉਹ ਹਮੇਸ਼ਾ ਗੁਰੂ ਨਾਨਕ ਸਾਹਿਬ ਜੀ ਦਾ ਜਾਪ ਜਪਦੇ ਰਹਿੰਦੇ, ਵਾਹਿਗੁਰੂ ਦਾ ਨਾਮ ਜਪਦੇ ਰਹਿੰਦੇ। ਇਹਦਾ ਉਹਨਾਂ ਦੇ ਸਾਰੇ ਭਰਮ ਕੱਟੇ ਗਏ। ਕਿਤਕ ਦਿਵਸ ਗੁਰ ਡੇਰਾ ਕਰਕੇ। ਕੁਝ ਕੁ ਦਿਨ ਸਤਿਗੁਰੂ ਉੱਥੇ ਡੇਰਾ ਕਰਕੇ ਪੁਨ ਗਮਨੇ ਉਪਕਾਰ ਵਿਚਰ ਕੇ। ਫਿਰ ਸਤਿਗੁਰੂ ਜੀ ਉੱਥੋਂ ਚੱਲੇ ਨੇ, ਮਹਾਰਾਜ ਪਰਉਪਕਾਰ ਕਰਨੇ ਹਿੱਤ ਅਗਲੀ ਜਗ੍ਹਾ 'ਤੇ ਗਏ ਨੇ। ਆਓ ਜਿੱਥੇ ਸਤਿਗੁਰੂ ਜਾਂਦੇ ਨੇ ਜੀਵਾਂ ਦੀ ਕਲਿਆਣ ਕਰਨ ਵਾਸਤੇ, ਉਹ ਪ੍ਰਸੰਗਾਂ ਨੂੰ ਅੱਗੇ ਸੁਣਾਂਗੇ। ਵਿਚਾਰਾਂ ਕਰਦੇ ਅਬਿਅੰਤ ਭੁੱਲਾਂ ਦੀ ਖਿਮਾ।
ਅੱਗੇ ਵਾਸਤੇ ਸਮਤ ਬਖਸ਼ਣੀ। ਪ੍ਰੇਮ ਭਾਵਨਾ ਨਾਲ, ਸ਼ਰਧਾ ਨਾਲ ਕਥਾ ਵਾਰਤਾ ਕਰਨੇ ਦੀ ਸਾਨੂੰ ਜਾਚ ਆਵੇ। ਆਓ ਅਖੀਰਲੀਆਂ ਪੰਕਤੀਆਂ ਪੜ੍ਹੀਏ। ਕਿਤਕ ਦਿਵਸ ਗੁਰ ਡੇਰਾ ਕਰਕੇ, ਪੁਨ ਗਮਨੇ ਉਪਕਾਰ ਵਿਚਰ ਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।